बाहर के स्पीकर चला दे। चलाते हैं चलाते श्री गुरु नानक पाद पंकज बंदन पाद पंकज वंदना सिमरो अंगद दुख निकंदन दोख निकंदना अमरदास गुर हृदय ध्यान हृदय ध्यान श्री गुरु रामदास गुण गाओ श्री गुरु रामदास गुण गावो गुरु अर्जन विगलन के नाशक विगलन के नाशक गुरु हर गोबिंद शोभ मत प्रकाशक शोभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला जी परम कृपाला गुरु गोबिंद सिंह विसाला गुरु गोबिंद सिंह विसाला तरों तरापुर पुन पुन सीसा जी पुन पुन सीसा बंदों बार बार जगदीशा बंदो बार बार जगदीशा ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਤਿਹਾਸਕ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ ਸਤ ਸੰਗਤ ਦੇ ਵਿੱਚ ਬੈਠ ਕੇ ਆਪਣੇ ਜੀਵਨ ਦੀ ਪਰਮਾਤਮਾ ਵੱਲੋਂ ਦਿੱਤੀ ਹੋਈ ਸਵਾਸਾ ਪੂੰਜੀ ਨੂੰ ਸਫਲ ਕਰਨ ਵਾਸਤੇ ਗੁਰੂ ਦਰ ਤੇ ਜੁੜੀ ਹੋਈ ਸਾਧ ਸੰਗਤ ਜੀ ਆਪ ਜੀ ਨਿਰੰਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਆਓ ਜਿਹੜਾ ਅੱਜ ਨਵਾਂ ਇਤਿਹਾਸ ਚੱਲੇਗਾ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਹਨ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇੱਕ ਵਾਰੀ ਗੁਰਮੰਤਰ ਦੇ ਵਿੱਚ ਬੋਲ ਕੇ ਅੱਗੇ ਦੀ ਕਥਾ ਨੂੰ ਪ੍ਰਾਰੰਭ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਿਉਂ ਜੰਜਾਰ ਉਲਝਿਓ ਮਨਾ ਕਾਜ ਨ ਤੇਰੇ ਕੋਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੇਰਿਆ ਕਮਲਿਆ ਮਨਾ ਕਿਉਂ ਤੂੰ ਜੰਜਾਲਾਂ ਦੇ ਵਿੱਚ ਉਲਝਿਆ ਹੋਇਆ। ਜਿਹੜੇ ਜੰਜਾਲ 'ਚ ਤੂੰ ਉਲਝ ਗਿਆ ਇਹ ਤੇਰੇ ਕਿਸੇ ਕੰਮ ਦਾ ਨਹੀਂ। ਤੂੰ ਇਹਨਾਂ ਜੰਜਾਲਾਂ ਦੇ ਵਿੱਚ ਰਹਿ ਕੇ ਵੀ ਜਿਵੇਂ ਜਲ ਦੇ ਅੰਦਰ ਕਮਲ ਪਾਣੀ ਤੋਂ ਉੱਤੇ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰ ਜਾਂਦਾ ਹੈ, ਇਸ ਤਰੀਕੇ ਦੇ ਨਾਲ ਤੂੰ ਵੀ ਇਹ ਦੁਨੀਆ 'ਚ ਸਾਰੇ ਕੰਮਕਾਰ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਨੂੰ ਪਵਿੱਤਰ ਕਰ ਲੈ। ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ। ਸਤਿਗੁਰ ਦੇ
ਚਰਣਾ ਕਮਲਾਂ ਨੂੰ ਸੇਵ ਲੈ। ਇਹਦੇ ਸੇਵਨ ਦੇ ਨਾਲ ਤੈਨੂੰ ਸਦਾ ਲਈ ਸੁਖ ਪ੍ਰਾਪਤ ਹੋਏਗਾ। ਚੌਪਈ ਸੁਣ ਸ੍ਰੀ ਤਿਹਨ ਕੁਲ ਉਜਿਆਰਾ, ਪ੍ਰਭੂ ਬਿਰਾਜੇ ਪੁਰ ਕਰਤਾਰਾ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਨੇ ਇਹ ਤ੍ਰਿਹਣ ਕੁਲ ਦੇ ਚਾਨਣ, ਤ੍ਰਿਹਣ ਕੁਲ ਦੇ ਉਜਿਆਰਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਵਿੱਚ ਵਿਰਾਜ ਗਏ ਹਨ। ਇੱਕ ਦਿਨ ਬਹਿਰ ਬਿਰਛ ਕੀ ਛਾਇਆ, ਬੈਠ ਰਹੇ ਗੁਰ ਸਹਿਜ ਸੁਭਾਇਆ। ਇੱਕ ਦਿਨ ਮਹਾਰਾਜ ਜੀ ਬਾਹਰ ਬ੍ਰਿਕਸ਼ ਦੀ ਛਾਂ ਦੇ ਥੱਲੇ ਬੜੇ ਸਹਿਜ ਸੁਭਾਅ ਦੇ ਨਾਲ ਆਪਣੀ ਮੌਜ ਦੇ ਵਿੱਚ, ਅਗੰਮੀ ਮਸਤੀ ਦੇ ਵਿੱਚ ਮਹਾਰਾਜ ਜੀ ਬੈਠੇ ਹੋਏ ਸਨ। ਬਾਰਿਕ ਅਜੇ ਅਜਾ ਚਰਾਵਤ ਆਵਾ, ਜਗਨ ਲੱਗਿਓ ਤੇ ਭਾਗ ਸੁਹਾਵਾ। ਇੱਕ ਬਾਲਕ ਉੱਥੇ ਆਉਂਦਾ ਹੈ ਜਿਹੜਾ ਬੱਕਰੀਆਂ ਚਗਾ ਰਿਹਾ ਸੀ। ਬੱਕਰੀਆਂ ਚਗਾਉਂਦਾ ਚਗਾਉਂਦਾ ਗੁਰੂ ਜੀ ਦੇ ਨੇੜੇ ਨੂੰ ਆ ਰਿਹਾ ਹੈ। ਇਹ ਬਿਲੋਕ ਬੋਲੇ ਗਤ ਕਾਈ, ਆਨੋ ਪਾਲੇ ਬਾਲ ਬੁਲਾਈ। ਮਹਾਰਾਜ ਜੀ ਭਾਈ ਬਾਲਾ ਜੀ ਕਹਿੰਦੇ ਨੇ ਜਿਹੜਾ ਬਾਲਕ ਇਹ ਬੱਕਰੀਆਂ ਚਗਾ ਰਿਹਾ ਹੈ, ਐਵੇਂ ਮੰਨੋ ਇਹਦੇ ਹੁਣ ਚੰਗੇ ਭਾਗ ਜਿਹੜੇ ਉਹ ਜਾਗਣ ਲੱਗੇ ਨੇ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ, ਬਾਲਿਆ ਜਾ ਇਸ ਬਾਲਕ ਨੂੰ ਆਵਾਜ਼ ਮਾਰ ਕੇ ਮੇਰੇ ਕੋਲ ਲੈ ਕੇ ਆ। ਮੈਂ ਗਮਨਿਓ ਜਿਹੇ ਅਜਾ ਚਰਾਵਤ, ਕਹਿਓ ਬਾਲ ਤੁਝ ਤਪਾ ਬੁਲਾਵਤ। ਕਹਿੰਦੇ ਮੈਂ ਭਾਈ ਬਾਲਾ ਜੀ ਕਹਿੰਦੇ ਮੈਂ ਗਿਆ, ਜਾ ਕੇ ਉਹ ਬੱਕਰੀ ਚਗਾਉਣ ਵਾਲੇ ਬਾਲਕ ਨੂੰ ਕਿਹਾ, ਬੱਚਿਆ ਚੱਲ ਤੈਨੂੰ ਗੁਰੂ ਨਾਨਕ ਸਾਹਿਬ ਜੀ ਬੁਲਾ ਰਹੇ ਹਨ। ਕਿਛਕ ਕਹਿਤ ਸੁਣੀਏ ਡਿਗ ਆਈ, ਬਹੁਰੋ ਅਜਾ ਚਰਾਵ ਹੋ ਜਾਈ। ਕਹਿੰਦੇ ਆ ਜਾ ਇੱਕ ਵਾਰੀ ਆਪਣੀਆਂ ਬੱਕਰੀਆਂ ਫੇਰ ਚਗਾ ਲਵੇਂ, ਇੱਕ ਵਾਰੀ ਆ ਜਾ, ਆ ਕੇ ਤਪੇ ਦੀ ਗੁਰੂ ਨਾਨਕ ਸਾਹਿਬ ਦੀ ਗੱਲ ਸੁਣ, ਫਿਰ ਆਪਣਾ ਕੰਮਕਾਰ ਤੂੰ ਕਰਦਾ ਰਹੀਂ। ਸੁਨ ਬਾਲਿਕ ਆਵਾ ਸੰਗ ਮੇਰੇ, ਹਰਿਓ ਪ੍ਰਭ ਕੋ ਦਰਸ਼ਨ ਹੈਰੇ। ਕਹਿੰਦੇ ਇਹ ਸੁਣ ਕੇ ਜਿਹੜਾ ਬਾਲਕ ਸੀ ਉਹ ਭਾਈ ਬਾਲਾ ਜੀ ਕਹਿੰਦੇ ਮੇਰੇ ਪਿੱਛੇ ਪਿੱਛੇ ਆ ਗਿਆ ਤੇ ਆ ਕੇ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਚਰਨ ਕਮਲ ਪਰ ਬੰਧਨ ਧਾਰੀ, ਬਹੁਰੋ ਠਾਡੋ ਰਹਿਓ ਅਗਾਰੀ। ਉਸਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖੜਾ ਹੋ ਗਿਆ ਹੈ। ਕਿਰਪਾ ਦ੍ਰਿਸ਼ਟ ਅਵਲੋਕ ਗਸਾਈ, ਸ਼੍ਰੀ ਮੁਖ ਕੋਮਲ ਗਿਰਾ ਅਲਾਈ। ਮਹਾਰਾਜ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਉਸ ਬਾਲਕ ਵੱਲ ਨੂੰ ਤੱਕਿਆ ਤੇ ਬਾਲਕ ਵੱਲ ਨੂੰ ਤੱਕ ਕੇ ਮਹਾਰਾਜ ਜੀ ਨੇ ਆਪਣੇ ਕੋਮਲ ਦੇ ਮੁਖ ਤੋਂ ਇੱਕ ਬਾਤ ਕਹੀ ਹੈ, ਇੱਕ ਗਿਰਾ ਉਚਾਰਨ ਕੀਤੀ ਹੈ। ਕਹੋ ਬਾਲਿਕੋ ਹੈ ਤਬ ਨਾਮੂ, ਕੌਣ ਗ੍ਰਾਮ ਮੈਂ ਤੇਰੋ ਧਾਮੂ। ਮਹਾਰਾਜ ਜੀ ਕਹਿੰਦੇ ਬੱਚਿਆ ਤੇਰਾ ਨਾਮ ਕੀ ਹੈ, ਤੂੰ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ, ਕਿਹੜੀ ਜਗ੍ਹਾ ਤੇ ਤੂੰ ਰਹਿਣਾ ਹੈ। ਕਿਹ ਕੋ ਤਾਪ ਸੋ ਦੇਹੋ ਬਤਾਈ, ਅਜਾ ਚਰਾਏ ਕੇ ਆਪਨ ਪਰਾਈ। ਮਹਾਰਾਜ ਜੀ ਕਹਿੰਦੇ ਨੇ ਬੱਚਿਆ ਤੂੰ ਇੱਕ ਗੱਲ ਮੈਨੂੰ ਦੱਸਣਾ ਕਰ, ਤੇਰਾ ਪਿਤਾ ਕੌਣ ਹੈ। ਕਰਤਾਰਪੁਰ ਵਿੱਚ ਹੀ ਨੇ ਮਹਾਰਾਜ, ਤੇਰਾ ਪਿਤਾ ਕੌਣ ਹੈ। ਇਹ ਜਿਹੜੀਆਂ ਤੂੰ ਬੱਕਰੀਆਂ ਚੁਗਾ ਰਿਹਾ ਹੈ, ਆਪਣੀਆਂ ਚੁਗਾ ਰਿਹਾ ਹੈ ਜਾਂ ਕਿਸੇ ਦੀਆਂ ਪਰਾਈਆਂ ਹਨ। ਸੁਣ ਕੇ ਸਿਰਸ ਕੇ ਬਚਨ ਉਚਾਰੇ, ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਇਹ ਗੱਲ ਸੁਣ ਕੇ ਉਹ ਬੱਚਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੇਰਾ ਘਰ ਨੇੜੇ ਹੀ ਹੈ, ਆ ਤੁਹਾਡੇ ਪਿੰਡ ਦੇ ਨਾਲ ਵਾਲਾ ਪਿੰਡ ਮੇਰਾ ਹੈ। ਬੁੱਢਾ ਆਖਿਆ ਮੇਰੋ ਜਾਨੋ, ਪਰਨ ਜਟੇਟਾ ਹਿਰਦੇ ਪਛਾਨੋ। ਕਹਿੰਦੇ ਮੇਰਾ ਨਾਮ ਬੂੜਾ ਹੈ, ਬੂੜਾ, ਤੇ ਮੈਂ ਜੱਟ ਜ਼ਿਮੀਂਦਾਰਾਂ ਦੀ ਕੌਮ ਚੋਂ ਹਾਂ, ਉਹਨਾਂ ਦੇ ਵਰਣ ਦੇ ਵਿੱਚੋਂ ਹਾਂ। ਮੈਂ ਸਾਡੇ ਘਰ ਵਾਲੇ
ਖੇਤੀ ਦਾ ਕੰਮ ਕਰਦੇ ਨੇ, ਤਾਂ ਕਰਕੇ ਫਿਰ ਸਾਨੂੰ ਜੱਟ ਜ਼ਿਮੀਂਦਾਰ ਕਿਹਾ ਜਾਂਦਾ ਹੈ। मात पिता की आयस भाई अजा चरावत अपन पराई। ਮੈਂ ਆਪਣੇ ਮਾਤਾ ਅਤੇ ਪਿਤਾ ਦੀ ਆਗਿਆ ਮੰਨ ਕੇ ਆਪਣੀ ਅਤੇ ਪਰਾਈਆਂ ਬੱਕਰੀਆਂ ਚਰਾਉਂਦਾ ਸਾਰਾ ਦਿਨ ਇਹਨਾਂ ਨਾਲ ਹੀ ਆਪਣਾ ਗੁਜ਼ਾਰਾ ਕਰਦਾ ਹਾਂ। गुरु भन्यो करिए निज कारी जाए लिहो निज अजा संभारी। ਗੁਰੂ ਜੀ ਨੇ ਕਿਹਾ ਜਾ ਭਾਈ, ਸਾਰਾ ਉਹ ਤੋਂ ਪੁੱਛ ਕੇ ਕਹਿੰਦੇ ਜਾ ਕੇ ਹੁਣ ਆਪਣੀਆਂ ਬੱਕਰਾਂ ਚਗਾ ਲਾ, ਆਪਣੀਆਂ ਬੱਕਰੀਆਂ ਦੀ ਸੰਭਾਲ ਕਰ। सिस कह संसा मन भा मन माही प्रथम बुलायो अपने पाही। ਕਹਿੰਦੇ ਉਹ ਬੱਚਾ ਕਹਿੰਦਾ ਮੈਨੂੰ ਕੋਈ ਸ਼ੰਕਾ ਹੋਇਆ ਹੈ ਮਹਾਰਾਜ, ਤੁਸੀਂ ਪਹਿਲਾਂ ਮੈਨੂੰ ਆਪਣੇ ਕੋਲ ਬੁਲਾਇਆ ਸੀ ਤੇ ਹੁਣ ਕੋਈ ਬਚਨ ਤੇ ਮੈਨੂੰ ਕਿਹਾ ਨਹੀਂ। बहुर ना कारज कछु बतायो जाहू अबे मुख ते फुरमायो। ਕਹਿੰਦੇ ਮੈਨੂੰ ਤੁਸੀਂ ਬੁਲਾ ਤੇ ਲਿਆ, ਆਪਣੇ ਮੁਖ ਤੋਂ ਕੋਈ ਕਾਰਜ ਨਹੀਂ ਦੱਸਿਆ, ਇਹ ਨਹੀਂ ਦੱਸਿਆ ਵੀ ਕਿਹੜੇ ਕੰਮ ਵਾਸਤੇ ਬੁਲਾਇਆ, ਮੈਨੂੰ ਦੱਸਿਆ ਤੇ ਕੁਝ ਵੀ ਨਹੀਂ, ਮੇਰਾ ਨਾਮ ਪੁੱਛਿਆ, ਨਾਲ ਦੀ ਨਾਲ ਮੈਨੂੰ ਕਹਿ ਦਿੱਤਾ ਹੈ ਤੂੰ ਚਲਾ ਜਾ। जो रावर को काज न कोई क्यों हकार ने आयस होई। ਉਹ ਕਹਿੰਦਾ ਹੈ ਭਾਈ ਬੂੜਾ ਕਹਿਣ ਲੱਗਿਆ, ਬਾਲਕ ਦਾ ਨਾਮ ਬੂੜਾ ਹੈ, ਜੇ ਤੁਹਾਨੂੰ ਕੋਈ ਕੰਮ ਹੀ ਨਹੀਂ ਸੀ ਮੇਰੇ ਨਾਲ ਫਿਰ ਮੈਨੂੰ ਆਵਾਜ਼ ਕਿਉਂ ਮਾਰੀ? ਮੈਂ ਆਪਣੀਆਂ ਬੱਕਰੀਆਂ ਚਗਾ ਰਿਹਾ ਸੀ, ਮੈਨੂੰ ਬੱਕਰੀ ਚਗਾਉਂਦੇ ਨੂੰ ਗੁਰੂ ਨਾਨਕ ਸਾਹਿਬ ਤੁਸੀਂ ਸੱਦ ਲਿਆ, ਜੇ ਤੁਹਾਨੂੰ ਮੇਰੇ ਨਾਲ ਕੋਈ ਕੰਮ ਹੀ ਨਹੀਂ ਸੀ ਮੈਨੂੰ ਆਵਾਜ਼ ਕਿਉਂ ਮਾਰੀ ਹੈ? श्री गुर कहो जो निकट हकारा कौन दोष इस बिखे निहारा। ਮਹਾਰਾਜ ਜੀ ਕਹਿੰਦੇ ਭਾਈ ਜੇ ਮੈਂ ਤੈਨੂੰ ਆਪਣੇ ਕੋਲ ਬੁਲਾਇਆ ਇਹਦੇ ਵਿੱਚ ਕੋਈ ਦੋਸ਼ ਹੋ ਗਿਆ? ਇਹਦੇ ਨਾਲ ਮੈਂ ਤੈਨੂੰ ਕੋਈ ਗਲਤ ਕਿਹਾ ਹੈ? ਕਹਿੰਦਾ ਨਹੀਂ। ਫਿਰ ਭਾਈ ਤੈਨੂੰ ਮੈਂ ਆਪਣੇ ਕੋਲ ਬੁਲਾਇਆ ਹੈ, ਇਹਦੇ ਨਾਲ ਕੋਈ ਦੋਸ਼ ਤੇ ਨਹੀਂ ਹੋਇਆ। मिलने बोलन अपन पराई बुद्ध सुध सगरी परै लखाई। ਕਹਿੰਦੇ ਮਹਾਰਾਜ ਜੀ ਬੋਲਣ ਨਾਲ ਹੀ ਤੇ ਬੋਲ ਚਾਲ ਦਾ ਪਤਾ ਲੱਗਦਾ ਹੈ, ਨਾਲ ਦੀ ਨਾਲ ਸਾਰੀ ਸੁੱਧ ਬੁੱਧ ਦਾ ਤੇ ਮਤ ਦਾ ਪਤਾ ਲੱਗ ਜਾਂਦਾ ਹੈ। बुढ़ा सुन गा बंधन करके ਬੰਧਿਓ ਪ੍ਰੇਮ ਔਰ ਰਹਿਓ ਬਚਰ ਕੇ। ਕਹਿੰਦੇ ਉਹ ਜਿਹੜਾ ਬੂੜਾ ਬਾਲਕ ਸੀ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਫਿਰ ਚਲਾ ਗਿਆ, ਬੰਧਨ ਕਰਕੇ ਚਲਾ ਗਿਆ ਤੇ ਨਾਲ ਦੀ ਨਾਲ ਹੁਣ ਆਪਣੀਆਂ ਬੱਕਰੀਆਂ ਦੀ ਸੰਭਾਲ ਕਰ ਰਿਹਾ ਹੈ। ਸੰਧਿਆ ਲੋ ਨਿਜ ਅਜਾ ਚਰਾਈ ਜਾਏ ਸਦਨ ਪੁਨ ਰਹਿਨ ਬਤਾਈ। ਸ਼ਾਮ ਤਾਈਂ ਉੱਥੇ ਬੱਕਰੀਆਂ ਚਗਾਉਂਦਾ ਰਿਹਾ, ਸਾਰੀ ਦੀ ਸਾਰੀ ਜਿਹੜੀ ਸੰਧਿਆ ਸੀ, ਸੰਧਿਆ ਹੋ ਗਈ, ਰਾਤ ਨੂੰ ਆਪਣੇ ਘਰ ਚਲਾ ਗਿਆ ਬੱਕਰੀਆਂ ਲੈ ਕੇ, ਸਾਰੀ ਰਾਤ ਫਿਰ ਉੱਥੇ ਹੀ ਰਿਹਾ। ਸ਼੍ਰੀ ਅੰਗਦ ਸੁਣੀਏ ਕਹਿ ਬਾਲਾ ਮੈਂ ਤਬ ਬੂਝਨ ਕਰੇ ਕਿਰਪਾਲਾ। ਭਾਈ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗਿਆ, ਕੀ ਪੁੱਛਦੇ ਹਨ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ? ਇਹ ਬਾਲਿਕ ਜੋ ਨਿਕਟ ਬੁਲਾਵਾ ਤੇ ਸੋ ਬਚਨ ਬਿਲਾਸ ਅਲਾਵਾ। ਮਹਾਰਾਜ ਜੀ ਨੂੰ ਪੁੱਛਦਾ, ਮਹਾਰਾਜ ਇਹ ਜਿਹੜੇ ਬਾਲਕ ਨੂੰ ਤੁਸੀਂ ਆਪਣੇ ਕੋਲ ਸੱਦਿਆ, ਬੱਕਰੀਆਂ ਚਗਾਉਣ ਵਾਲਾ ਸੀ, ਇਹਨੂੰ ਆਪ ਜੀ ਨੇ ਕੋਈ ਬਚਨ ਤੇ ਨਹੀਂ ਕਿਹਾ, ਫਿਰ ਆਪ ਜੀ ਨੇ ਕੋਲ ਕਿਉਂ ਬੁਲਾਇਆ ਸੀ ਇਸ ਨੂੰ? ਕੌਣ ਹੈ ਕਿਉਂ ਨਿਕਟ ਹਕਾਰਾ ਮੁਝੇ ਬਿਰਤੰਤ ਸੁਣਾਵੋ ਸਾਰਾ। ਕਿਉਂਕਿ ਉਹ ਕਿਉਂ ਪੁੱਛ ਰਿਹਾ ਗੁਰੂ ਨਾਨਕ ਸਾਹਿਬ ਨੂੰ? ਕਿਉਂਕਿ ਗੁਰੂ ਬਿਨਾਂ ਗੱਲ ਤੋਂ ਆਵਾਜ਼ ਨਹੀਂ ਕਿਸੇ ਨੂੰ ਮਾਰਦਾ, ਕਿਸੇ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਹੀ ਉਹਨੂੰ ਆਵਾਜ਼ ਮਾਰਦਾ ਹੈ। ਮਹਾਰਾਜ ਭਾਈ ਬਾਲਾ ਇਸ ਗੱਲ ਨੂੰ ਜਾਣਦਾ, ਨਾਲ ਹੀ ਰਿਹਾ ਮਹਾਰਾਜ ਜੀ। ਕਹਿੰਦੇ ਮਹਾਰਾਜ ਜੀ ਇਹ ਕੌਣ ਸੀ, ਇਹਦਾ ਕੀ ਕਰਮ ਸੀ, ਕਿਉਂ ਆਪ ਜੀ ਨੇ ਆਪਣੇ ਕੋਲ ਬੁਲਾਇਆ? ਇਹ ਸਾਰੀ ਦੀ ਸਾਰੀ ਗਾਥਾ ਮੈਨੂੰ ਹੁਣ ਤੁਸੀਂ ਦੱਸ ਦਿਓ। ਬਨਿਓ ਪ੍ਰਭੂ ਇਹ ਹੈ ਮਤਵੰਤਾ ਕੇਤਕ ਦਿਵਸ ਮਹਿ ਪੂਰਨ ਸੰਤਾ। ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਬਾਲਕ ਤੂੰ ਤੱਕ ਰਿਹਾ ਇਹਦਾ ਨਾਮ ਬੂੜਾ ਸੀ, ਥੋੜੇ ਦਿਨਾਂ ਦੇ ਵਿੱਚ ਇਹ ਬੜੀ ਬੁੱਧੀ ਵਾਲਾ, ਬੜੀ ਸ਼੍ਰੇਸ਼ਟ ਮਤ ਵਾਲਾ ਬਣੇਗਾ
ਤੇ ਵੇਖੀ ਹੌਲੀ ਹੌਲੀ ਇਹਨੇ ਬੜਾ ਸੰਤ ਬਣ ਜਾਣਾ ਹੈ। ਵੈ ਸਿੱਖੀ ਕੋ ਸਦਨ ਬਿਸਾਲਾ ਛੁਐ ਨਾ ਸਕੇ ਮਨ ਬਿਸੈ ਜੰਜਾਲਾ। ਕਹਿੰਦੇ ਇਹ ਸਿੱਖੀ ਦਾ ਘਰ ਬਣੇਗਾ, ਸਿੱਖੀ ਦਾ ਵਿਸ਼ਾਲ ਘਰ ਬਣੇਗਾ। ਇਹਦੇ ਮਨ ਨੂੰ ਦੁਨੀਆ ਦੇ ਜੰਜਾਲ ਛੋਹ ਨਹੀਂ ਸਕਣਗੇ, ਇਹਦਾ ਮਨ ਨਿਰਲੇਪ ਰਹੇਗਾ। ਇਹ ਗੁਰੂ ਦੇ ਦਰ ਤੇ ਬੜੀ ਵਿਸ਼ਾਲ ਸੇਵਾ ਕਰਿਆ ਕਰੇਗਾ। ਜੀਵਨ ਮੁਕਤ ਅਵਸਥਾ ਪਾਵਹਿ ਆਪਣੇ ਬਚਨ ਸੋ ਅਵਰ ਕਰਾਵਹਿ। ਇਹ ਜੀਵਨ ਮੁਕਤ ਹੋ ਜਾਏਗਾ, ਜਿਉਂਦਿਆਂ ਹੀ ਮੁਕਤ ਹੋ ਜਾਏਗਾ। ਤੇ ਜਿਹਨੂੰ ਵੀ ਇਹ ਬਚਨ ਕਰਿਆ ਕਰੇਗਾ, ਆਪਣੇ ਬਚਨ ਦੇ ਨਾਲ ਅਨੇਕਾਂ ਹੀ ਮਨੁੱਖਾਂ ਦਾ ਉਧਾਰ ਕਰ ਦਿਆ ਕਰੇਗਾ। ਮੈਂ ਬੋਲਿਓ ਜੇ ਹਵੈ ਹੈ ਐਸੋ ਕਿਉਂ ਸੰਕਸ ਪੁੱਛ ਕਾਰਜ ਕੈਸੋ। ਕਹਿੰਦੇ ਮਹਾਰਾਜ ਜੀ, ਮੈਂ ਬੋਲਿਆ, ਭਾਈ ਬਾਲਾ ਜੀ ਕਹਿੰਦੇ ਵੀ ਜੇ ਇਸ ਤਰ੍ਹਾਂ ਹੋਏਗਾ ਫਿਰ ਆਪ ਜੀ ਨੂੰ ਕਿਉਂ ਸ਼ੰਕਾ ਨਾਲੇ ਪੁੱਛਦਾ ਹੈ? ਇਹਦਾ ਮਤਲਬ ਫਿਰ ਆਪ ਜੀ ਨੇ ਉਹਨੂੰ ਕੋਈ ਪੁੱਛਿਆ ਕਿਉਂ ਨਹੀਂ? ਸੁਨ ਪੁਨ ਭਾਖਿਓ ਦਇਆ ਅਵਾਸਾ ਅਬ ਲੋ ਭਇਓ ਨਾ ਹਿਰਦੈ ਪ੍ਰਕਾਸ਼ਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲਾ ਹਜੇ ਤਾਈਂ ਇਹਦੇ ਹਿਰਦੇ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ, ਹਜੇ ਤਾਈਂ ਇਹਨੂੰ ਪੂਰਨ ਗਿਆਨ ਨਹੀਂ ਹੋਇਆ। ਥੋੜੇ ਹੀ ਸਮੇਂ ਵਿੱਚ ਇਹਨੂੰ ਗਿਆਨ ਹੋ ਜਾਏਗਾ। ਵਿਕਸੇ ਕਮਲ ਤਬੇ ਲਿਹੋ ਪੇਖੀ ਤ੍ਰਿਪ ਦਿਵ ਦ੍ਰਿਸ਼ਟ ਜੈ ਹੋਏ ਵਿਸੇਖੀ। ਇੱਕ ਦਿਨ ਐਸਾ ਆਏਗਾ ਇਹਦਾ ਹਿਰਦਾ ਖਿੜ ਜਾਏਗਾ, ਇਹ ਨਾਮ ਦੇ ਨਾਲ ਪੂਰਨ ਰੂਪ ਵਿੱਚ ਜੁੜ ਜਾਏਗਾ। ਤੇ ਐਸਾ ਹੋਏਗਾ ਇਹਦੇ ਕੋਲ ਦਿਵ ਦ੍ਰਿਸ਼ਟ ਆ ਜਾਏਗੀ। ਦਿਵ ਦਾ ਮਤਲਬ ਇਹ ਹੈ ਆਉਣ ਵਾਲੇ ਕਾਲ ਨੂੰ ਜਾਣ ਲੈਣਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਪਿਛਲਾ ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਕੀ ਹੋਇਆ। ਇਹਨੂੰ ਤ੍ਰੈਕਾਲਦਰਸ਼ੀ ਵੀ ਕਹਿੰਦੇ। ਐਸੀ ਅਵਸਥਾ ਦੁਨੀਆ ਦੇ ਵਿੱਚ ਕਈ ਕਰੋੜਾਂ ਚੋਂ ਇੱਕ ਦੋ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਘਰ ਦੇ ਵਿੱਚ ਐਸੇ ਅਨੇਕਾਂ ਹੀ ਮਨੁੱਖ ਹੋਏ ਨੇ ਜਿਹੜੇ ਤ੍ਰੈਕਾਲਦਰਸ਼ੀ ਹੋਏ ਨੇ। ਆਉਣ ਵਾਲੇ ਕਾਲ ਦੀ ਜਿਹਨੂੰ ਭਨਕ ਲੱਗ ਜਾਂਦੀ ਹੈ। ਵੈਸੇ ਜਿਹੜੇ ਸਤ ਸੰਗਤ ਕਰਦੇ ਨੇ, ਰੋਜ਼ ਦੇ ਸਤਸੰਗੀ ਨੇ, ਪਤਾ ਉਹਨਾਂ ਨੂੰ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ, ਪਰ ਉਹਨਾਂ ਨੂੰ ਅਗਲਾ ਕਾਲ ਵਿਖਦਾ ਨਹੀਂ। ਪਰ ਕੋਈ ਮੁਸੀਬਤ ਆਉਣ ਵਾਲੀ ਹੋਏ ਉਹਨਾਂ ਨੂੰ ਪਹਿਲਾਂ ਥੋੜ੍ਹਾ ਜਿਹਾ ਪਤਾ ਜ਼ਰੂਰ, ਐਵੇਂ ਲੱਗਦਾ ਮੈਂ ਫਿਰ ਮਨੁੱਖ ਕਹਿੰਦਾ ਮੈਂ ਪਹਿਲਾਂ ਹੀ ਸੋਚ ਰਿਹਾ ਸੀ ਵੀ ਇਹ ਨਾ ਹੀ ਹੋਏ, ਵੀ ਮੈਨੂੰ ਇਹ ਲੱਗ ਰਿਹਾ ਸੀ। ਉਹਨਾਂ ਨੂੰ ਵੀ ਜਿਨ੍ਹਾਂ ਦਾ ਮਨ ਥੋੜ੍ਹਾ ਜਿਹਾ ਦੁਨੀਆ ਤੋਂ ਉੱਠ ਜਾਂਦਾ ਹੈ, ਮਾੜੀ ਸਤਸੰਗਤ ਕਰਨੀ ਜਿਹੜੇ ਸ਼ੁਰੂ ਕਰ ਦਿੰਦੇ ਨੇ, ਸਤਸੰਗਤ ਦੇ ਵਿੱਚ ਭਾਵ ਧਾਰ ਕੇ ਨਾਮ ਜਪਦੇ ਨੇ, ਉਹਨਾਂ ਨੂੰ ਵੀ ਇਹ ਅਵਸਥਾ ਹੌਲੀ ਹੌਲੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਕਬਲੋਂ ਇਸ ਮੈਂ ਹੋਏ ਪ੍ਰਕਾਸ਼ਾ ਮੋਹਿ ਬਤਾਏ ਦੇਹੁ ਸੁਖ ਰਾਸਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਹ ਜਿਹੜਾ ਬਾਲਕ ਹੈ ਇਹਦੇ ਵਿੱਚ ਕਦੋਂ ਤਾਈਂ ਇੰਨਾ ਪ੍ਰਕਾਸ਼ ਹੋ ਜਾਏਗਾ, ਕਦੋਂ ਤਾਈਂ ਇਹਦੇ ਕੋਲ ਦਿਵ ਦ੍ਰਿਸ਼ਟ ਆ ਜਾਏਗੀ, ਕਦੋਂ ਇਹਦੇ ਵਿੱਚ ਸਿੱਖੀ ਉਜਾਗਰ ਹੋ ਜਾਏਗੀ, ਇਹ ਮੈਨੂੰ ਤੁਸੀਂ ਥੋੜਾ ਜਿਹਾ ਦੱਸ ਦਿਓ। ਗੁਰ ਕਹੈ ਇਤੀ ਹੁਤੀ ਅਬ ਤੇਰਾ ਬੋਲਣ ਮਿਲਣ ਦਰਸ਼ ਕੋ ਹੇਰਾ। ਕਹਿੰਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਬਾਲਾ ਹੁਣ ਇਹਦੇ ਵਿੱਚ ਦੇਰ ਨਹੀਂ ਹੈ, ਕੱਲ ਨੂੰ ਇਹਨੇ ਵਾਪਸ ਆਉਣਾ ਹੈ, ਕੱਲ ਨੂੰ ਤੂੰ ਦੁਬਾਰਾ ਦੇਖ ਲਈ ਇਹਦੇ ਵਿੱਚ ਕਿੰਨੀ ਦਿਵ ਦ੍ਰਿਸ਼ਟੀ ਹੁੰਦੀ ਹੈ। ਭਲਕੋ ਬਿਲੋਕੋ ਕਸ ਹੋਏ ਨਾਠਾ ਖੁਲੇ ਮੋਹ ਕੇ ਵਿਕਟ ਕਪਾਟਾ। ਜਦੋਂ ਕੱਲ ਨੂੰ ਇਹ ਦੁਬਾਰਾ ਆਏਗਾ ਤੂੰ ਇਹਦੀ ਠਾਠ ਵੇਖੀ ਕਿਹੋ ਜਿਹੀ ਹੋਏਗੀ। ਇਹਦੇ ਮੋਹ ਦੇ ਜਿਹੜੇ ਕਪਾਟ ਨੇ ਉਹ ਖੁੱਲ ਜਾਣਗੇ, ਕਿਉਂਕਿ ਮੋਹ ਦੀ ਜੰਜੀਰ ਨੇ ਮਨੁੱਖ ਨੂੰ ਫੜਿਆ ਹੋਇਆ ਹੈ। ਔਰ ਇਹ ਮੋਹ ਜਿੱਦਣ ਦੇ ਮਨੁੱਖ ਜਨਮੇ ਹੈ ਉਦਣ ਦਾ ਹੀ ਹੈ। ਇਹ ਸ਼ੁਰੂ 'ਚ ਮੋਹ ਮਹਾਰਾਜ ਜੀ ਕਹਿੰਦੇ ਪਹਿਲਾਂ ਜਿਹੜਾ ਮੋਹ ਲੱਗਦਾ ਹੈ ਉਹ ਮਾਤਾ ਦੇ ਦੁੱਧ ਨਾਲ ਲੱਗਦਾ। ਹੌਲੀ ਹੌਲੀ ਪਹਿਲੇ ਭਾਏ ਖਾਣ ਲੱਗਾ ਦੁੱਧ, ਦੂਜਾ ਮਾਏ ਬਾਪ ਕੀ ਸੋ, ਦੂਜਾ ਫਿਰ ਮਾਂ ਦੇ ਨਾਲ ਮੋਹ ਲੱਗ ਜਾਂਦਾ, ਤੀਜੇ ਭਈਆ ਭਾਬੀ ਬੇਬ, ਤੀਜੇ ਫਿਰ ਭੈਣ ਭਰਾਵਾਂ ਦੀ ਸੋਝੀ ਹੁੰਦੀ ਹੈ, ਚੌਥੇ ਪਿਆਰ ਪੰਨੀ ਖੇ, ਪੰਜਵੇਂ ਖਾਣ ਪੀਣ ਕੀ ਧਾਤ। ਇਹ ਮਹਾਰਾਜ ਕਹਿੰਦੇ ਨੇ ਫਿਰ ਖਾਣ ਪੀਣ ਦੀ ਇਹਨੂੰ ਮੋਹ ਲੱਗ ਜਾਂਦਾ ਹੈ, ਫਿਰ ਖਿਡੌਣਿਆਂ ਨਾਲ ਮੋਹ ਲੱਗ ਜਾਂਦਾ ਹੈ,
ਹੌਲੀ ਹੌਲੀ ਫਿਰ ਦੁਨੀਆ ਦੇ ਬਾਹਰੀ ਦ੍ਰਿਸ਼ ਵੇਖਦਾ ਹੈ, ਇਹਦੇ ਅੰਦਰ ਫਿਰ ਹੰਕਾਰੀ ਦ੍ਰਿਸ਼ਟੀ, ਕਾਮ ਦੀ ਦ੍ਰਿਸ਼ਟੀ, ਇਹੋ ਜਿਹੀਆਂ ਦ੍ਰਿਸ਼ਟੀਆਂ ਆ ਜਾਂਦੀਆਂ। ਸੱਤਵੇਂ 'ਚ ਫਿਰ ਇਹਨੂੰ ਹੌਲੀ ਹੌਲੀ ਮੋਹ ਵੱਧਦਾ ਹੀ ਜਾਂਦਾ। ਇਹ ਜਿਹੜਾ ਮੋਹ ਦਾ ਕਪਾਟ ਹੈ ਰੋਜ਼ ਰੋਜ਼ ਵੱਧਦਾ ਹੈ। ਜੇ ਤੇ ਮਨੁੱਖ ਸ਼ੁਰੂ ਤੋਂ ਹੀ ਸਤ ਸੰਗਤ ਕਰਦਾ ਹੋਏ, ਇਹ ਕੱਟਿਆ ਵੀ ਜਾਂਦਾ ਹੈ ਨਾਲੋਂ ਨਾਲ। ਜੇ ਸਤ ਸੰਗਤੀ ਨਹੀਂ ਮਨੁੱਖ, ਫਿਰ ਇਹ ਬੜਾ ਔਖਾ ਹੋ ਜਾਂਦਾ। ਇਹਨੂੰ ਮਹਾਰਾਜ ਜੀ ਨੇ ਕੂੜ ਦੀ ਕੰਧ ਵੀ ਕਿਹਾ। ਝੂਠ ਦੀ ਕੰਧ ਦਾ ਮਤਲਬ ਇਹ ਹੈ, ਇਹ ਇਹੋ ਜਿਹੀ ਕੰਧ ਹੈ ਮੋਹ, ਇਹ ਝੂਠ ਇਹੋ ਜਿਹੀ ਕੰਧ ਹੈ, ਇਹ ਸੁਰਤ ਨੂੰ ਅੱਗੇ ਨਹੀਂ ਦੇਖਣ ਦਿੰਦਾ, ਨਾ ਪਿੱਛੇ ਦੇਖਣ ਦਿੰਦਾ। ਬਸ ਇਹ ਸੁਰਤ ਨੂੰ ਪਦਾਰਥਾਂ ਵਿੱਚ ਹੀ ਫਸਾਈ ਰੱਖਦਾ, ਖਾਣ ਪੀਣ ਵਿੱਚ ਫਸਾਈ ਰੱਖਦਾ, ਦੁਨੀਆ ਦੇ ਦ੍ਰਿਸ਼ ਘੁੰਮਣ ਫਿਰਨ 'ਚ ਫਸਾਈ ਰੱਖਦਾ, ਜਾਂ ਫਿਰ ਦੁਨੀਆ ਦੀਆਂ ਇੱਛਾਵਾਂ ਨੇ ਇਹਦੇ ਵਿੱਚ ਫਸਾਈ ਰੱਖਦਾ। ਮਨੁੱਖ ਨੂੰ ਇਹ ਆਪਣਾ ਅਸਲਾ ਨਹੀਂ ਸਮਝ ਦਿੰਦਾ ਵੀ ਇਹਦਾ ਕਰਮ ਕੀ ਹੈ। ਇਹਨੂੰ ਇਹ ਨਹੀਂ ਸਮਝਣ ਦਿੰਦਾ ਵੀ ਤੇਰਾ ਇੱਕ ਇੱਕ ਸਵਾਸ ਨਿਕਲ ਰਿਹਾ ਹੈ, ਇਹ ਸਮਝ ਨਹੀਂ ਲੱਗਣ ਦਿੰਦਾ। ਮੋਹ ਦੀ ਐਸੀ ਬਾਤ ਹੈ, ਪਰ ਇਹ ਜਿਹੜਾ ਮੋਹ ਹੈ ਇਹ ਲੱਗਿਆ ਪਰਮਾਤਮਾ ਨਹੀਂ, ਪਰਮਾਤਮਾ ਨਹੀਂ ਲਾਇਆ। ਬਾਣੀ ਤੇ ਐਵੇਂ ਕਹਿੰਦੀ, ਕੁਰਬਾਨ ਕੀਤਾ ਤਿਸੈ ਵਿਟੋ। ਮਹਾਰਾਜ ਤੇ ਉਹਨੂੰ ਕੁਰਬਾਨ ਵੀ ਕਰਦੇ ਨੇ ਜਿਹਨੇ ਮੋਹ ਲਾਇਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਬੋਹਰੋ ਭੋਰ ਜਬੈ ਹੋਏ ਆਈ, ਮਾਖਣ ਬਾਸਣ ਲੀਨ ਉਚਾਈ। ਫਿਰ ਜਦੋਂ ਸਵੇਰ ਹੋਈ, ਉਹ ਬਾਲਕ ਆਪਣੇ ਘਰੋਂ ਚੱਲਿਆ। ਜਦੋਂ ਘਰੋਂ ਚੱਲਿਆ, ਉਹਨੇ ਨਾਲ ਘਰੋਂ ਮੱਖਣ ਚੁੱਕ ਲਿਆ। ਮੱਖਣ ਚੁੱਕ ਕੇ ਨਾਲ ਹੀ ਲੈ ਆਇਆ ਹੈ। ਮਾਤ ਪਿਤਾ ਤੇ ਕਰਕੇ ਚੋਰੀ, ਸਟਕਿਓ ਘਰ ਤੇ ਸਭ ਜਿਸ ਠੋਰੀ। ਕਹਿੰਦੇ ਆਪਣੇ ਘਰੋਂ ਮੱਖਣ ਚੋਰੀ ਕੀਤਾ, ਮਾਂ ਪਿਓ ਨੂੰ ਨਹੀਂ ਦੱਸਿਆ। ਬਾਲਕ ਬੂढ़े ਨੇ ਲੈ ਕੇ ਘਰੋਂ ਨਿਕਲਿਆ। ਚੱਲਿਆ ਕਿੱਥੇ? ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਰੁੱਖ ਦੇ ਥੱਲੇ ਬਹਿੰਦੇ ਹੁੰਦੇ ਸਨ। ਤੁਰਨ ਬੁੱਢਾ ਪੁਰ ਕਰਤਾਰਾ, ਆਏ ਬਿਲੋਕੇ ਮੋਖ ਉਤਾਰਾ। ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ ਰੁੱਖ ਥੱਲੇ ਬੈਠੇ ਨੇ, ਬੜੀ ਖੁਸ਼ੀ ਦੀ ਮੁਦਰਾ ਵਿੱਚ ਨੇ ਮਹਾਰਾਜ। ਮਹਾਰਾਜ ਜੀ ਦੇ ਚਿਹਰੇ ਦਾ ਜਲਾਲ ਹੀ ਕੁਝ ਹੋਰ ਸੀ। ਇੱਕ ਦੁਨੀਆ ਦਾ ਪ੍ਰਕਾਸ਼ ਜਿਹੜਾ ਹੁੰਦਾ ਹੈ, ਇੱਕ ਦਿਵਿਆ ਚਿਹਰਾ, ਜਿਹਨੂੰ ਵੇਖ ਕੇ ਦਿਲ ਕਰਦਾ ਹੈ ਉਸ ਚਿਹਰੇ ਵੱਲ ਵੇਖੀ ਹੋਈ ਜਾਈਏ। ਐਵੇਂ ਲੱਗਦਾ ਵੀ ਇਹ ਚਿਹਰੇ ਤੋਂ ਨਿਗਾਹ ਢਾਈਏ ਹੀ ਨਾ, ਐਸਾ ਚਿਹਰਾ। ਕਿਉਂਕਿ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਨਾ ਹੁੰਦਾ, ਉਹਦੇ ਚਿਹਰੇ ਦਾ ਜਲਾਲ ਕੁਝ ਹੋਰ ਹੀ ਹੁੰਦਾ। ਦੁਨੀਆ ਦੇ ਲੋਕੀ ਚਾਹੁੰਦੇ ਨੇ ਇਹਦੇ ਚਿਹਰੇ ਵੱਲ ਵੇਖੀ ਹੋਈ ਜਾਏ। ਥੋੜੀ ਜਿਹੀ ਮਨੁੱਖ ਭਗਤੀ ਕਰੇ, ਚਿਹਰਾ ਬਣ ਜਾਂਦਾ ਐਸਾ, ਇਹ ਵੱਡੀ ਗੱਲ ਨਹੀਂ। ਥੋੜੀ ਥੋੜੀ ਭਗਤੀ ਕਰੇ, ਅੰਦਰੋਂ ਮਾੜੇ ਵਿਕਾਰ ਨਿਕਲਣੇ ਸ਼ੁਰੂ ਹੋਣ, ਚਿਹਰੇ ਤੇ ਰਵਾਨਗੀ ਕੁਝ ਹੋਰ ਹੋ ਜਾਂਦੀ ਹੈ। ਕਿਉਂਕਿ ਅੰਦਰੋਂ ਮਾੜੇ ਕਰਮ ਨਿਕਲਦੇ ਨੇ, ਡਰ ਨਿਕਲਣੇ ਸ਼ੁਰੂ ਹੋ ਜਾਂਦੇ ਨਹੀਂ। ਆਮ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਮਨੁੱਖ ਦੇ ਚਿਹਰੇ ਦੇ ਉੱਤੇ ਬੜੀ ਉਦਾਸੀ ਜੀ ਛਾਈ ਹੁੰਦੀ ਹੈ। ਉਦਾਸੀ ਕਾਹਦੀ ਹੈ? ਡਰ ਹੈ। ਡਰ ਕੱਲ੍ਹ ਦਾ, ਕੱਲ੍ਹ ਨੂੰ ਮੇਰੇ ਬੱਚਿਆਂ ਦੇ ਵਾਸਤੇ ਕੁਝ ਹੋਏਗਾ ਕਿ ਨਹੀਂ ਹੋਏਗਾ, ਮੈਂ ਕਿਤੇ ਜ਼ਿੰਦਗੀ ਵਿੱਚ ਕੁਝ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ। ਕਿਉਂਕਿ ਮਨੁੱਖ ਅੱਜ ਦੇ ਵਿੱਚ ਨਹੀਂ ਜੀ ਰਿਹਾ। ਜਿਹੜੇ ਭਗਤ ਹੋ ਜਾਂਦੇ ਨੇ, ਉਹਨਾਂ ਦੀ ਇੱਕ ਖਾਸੀਅਤ ਇਹ ਹੁੰਦੀ ਹੈ, ਉਹ ਹਰ ਇੱਕ ਸਾਹ ਦੇ ਨਾਲ ਜਿੰਦੇ ਨੇ। ਅਗਲੇ ਸਾਹ ਨੂੰ ਨਹੀਂ, ਅਗਲੇ ਸਾਹ ਦੀ ਤੇ ਉਹ ਆਸ ਹੀ ਨਹੀਂ ਰੱਖਦੇ। ਹਰੇਕ ਸਾਹ ਦੇ ਨਾਲ ਜਿੰਦੇ, ਕਿਉਂਕਿ ਉਹਦੇ ਸਾਸ ਸਿਮਰੋ ਗੋਬਿੰਦ, ਉਹਦੇ ਸਾਸ ਗੋਬਿੰਦ ਨੂੰ ਚੇਤੇ ਕਰਦੇ ਰਹਿੰਦੇ ਹਨ। ਮਾਖਣ ਬਾਸਣ ਅਗਰਜ ਧਰ ਕੇ, ਬੈਠਿਓ ਨਿਕਟ ਬੰਦਨਾ ਕਰਕੇ। ਮੱਖਣ ਦਾ ਬਾਟਾ ਲਿਆ ਚੁੱਕ ਕੇ, ਮਹਾਰਾਜ ਜੀ ਬੈਠੇ ਨੇ, ਲਿਆ ਕੇ ਅੱਗੇ ਧਰਿਆ। ਹੱਥ ਜੋੜ ਕੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ ਹੈ। ਮੁਸਕਾਨੇ ਪ੍ਰਭ ਬਚਨ ਅਲਾਏ, ਮਾਖਣ ਬਾਸਣ ਕਹੇ ਤੇ ਲਿਆਇਓ। ਮਹਾਰਾਜ ਜੀ ਮੁਸਕਾਏ ਨੇ, ਮੁਸਕਰਾ ਕੇ ਬਚਨ ਕਹਿਣਗੇ, ਬੱਚਿਆ ਇਹ ਮੱਖਣ ਕਿੱਥੋਂ ਲਿਆ?
ਛੋਟੀ ਜੀ ਤੇ ਤੇਰੀ ਉਮਰ ਹੈ 12-14 ਸਾਲ ਦੀ, ਇਹ ਤੂੰ ਮੱਖਣ ਕਿਹਦੇ ਘਰੋਂ ਚੁੱਕ ਕੇ ਲਿਆਇਆ ਹੈ? ਸੁਨੋ ਤਪਾ ਜੀ ਰਾਵਰ ਹੇਤਾ, ਕ੍ਰਿਤ ਆਨਿਓ ਮੈਂ ਆਪਣਨ ਕੇਤਾ। ਕਹਿਣ ਲੱਗਿਆ ਹੱਥ ਜੋੜ ਕੇ, ਮਹਾਰਾਜ ਜੀ ਇਹ ਜਿਹੜਾ ਮੱਖਣ ਮੈਂ ਆਪਣੇ ਘਰੋਂ ਹੀ ਲਿਆਇਆ, ਤੇ ਇਹ ਜਿਹੜਾ ਘਿਓ ਮੈਂ ਲਿਆਇਆ ਨਾ ਸੱਚੇ ਪਾਤਸ਼ਾਹ, ਲੈ ਕੇ ਮੈਂ ਤੁਹਾਡੇ ਵਾਸਤੇ ਆਇਆ ਹਾਂ। ਦਰਸ਼ ਸੰਤ ਗੁਰ ਛੁਚ ਨਾ ਜਾਣਾ, ਅਸ ਵਿਚਾਰ ਔਰ ਵਿਖੇ ਉਠਾਨਾ। ਕਿਉਂਕਿ ਮੈਨੂੰ ਮੇਰੇ ਦਿਲ ਵਿੱਚ ਲੱਗਦਾ ਹੈ, ਕਹਿੰਦੇ ਸੰਤਾਂ ਦੇ ਦਰਸ਼ਨ ਕਰਨ ਖਾਲੀ ਹੱਥ ਨਾ ਜਾਈਏ, ਕਿਸੇ ਗੁਰੂ ਪੀਰ ਦੇ, ਗੁਰਸਿੱਖ ਗੁਰੂ ਸੰਤ ਦੇ ਦਰਸ਼ਨ ਕਰੀਏ ਖਾਲੀ ਹੱਥ ਨਾ ਜਾਈਏ, ਕੁਝ ਨਾ ਕੁਝ ਲੈ ਕੇ ਜਾਈਦਾ। ਮੈਂ ਫਿਰ ਆਪਣੇ ਘਰੋਂ ਮੱਖਣ ਹੀ ਲੈ ਆਇਆ ਹਾਂ। ਉਹ ਬਾਲਕ ਹੈ ਲਘੂ ਤਨ ਤੇਰਾ, ਨਿਸ਼ਚੈ ਕਰ ਕੋ ਭਰਨ ਜਿਹੇਰਾ। ਮਹਾਰਾਜ ਜੀ ਨੇ ਕਿਹਾ, ਇਹ ਬਾਲਕ ਤੇਰੀ ਹਲੇ ਉਮਰ ਤੇ ਛੋਟੀ ਹੈ, ਪਰ ਨਿਸ਼ਚੈ ਕਰ ਕਿਹੜਾ ਆਪਣਾ ਘਰ ਤੂੰ ਵੇਖ ਲਿਆ ਹੈ। ਜਿਸ ਮੈਂ ਫਸ ਕੈ ਨਿਕਸਨ ਭਾਰੀ, ਜਾਲ ਮੀਨ ਕੀ ਰੀਤ ਵਿਚਾਰੀ। ਕਿਹੜੇ ਘਰੋਂ ਲਿਆਇਆ ਮਹਾਰਾਜ? ਹੁਣ ਉਹਨੂੰ ਗਿਆਨ ਕਰਾਉਣ ਲੱਗੇ, ਕਹਿੰਦੇ ਤੂੰ ਤੇ ਗਲਤ ਘਰ ਦੇ ਵਿੱਚ ਫਸ ਗਿਆ ਹੈ। ਬੱਚਿਆ, ਜਿਹਨੂੰ ਤੂੰ ਘਰ ਸਮਝ ਰਿਹਾ ਉਹ ਤੇਰਾ ਘਰ ਨਹੀਂ ਹੈ। ਤੂੰ ਤੇ ਐਵੇਂ ਫਸ ਗਿਆ ਜਿਵੇਂ ਮਛਲੀ ਫਸ ਜਾਂਦੀ ਹੈ ਨਾ ਜਾਲ ਵਿੱਚ, ਕੁੰਡੀ ਦੇ ਵਿੱਚ ਮਛਲੀ ਫਸ ਜਾਂਦੀ ਹੈ, ਤੇ ਮਛਲੀ ਜਿਹੜੀ ਫਸਦੀ ਆਟੇ ਦੇ ਲਾਲਚ ਵਿੱਚ ਹੈ, ਸਵਾਦ ਦੇ ਲਾਲਚ ਵਿੱਚ ਫਸਦੀ ਹੈ ਮਛਲੀ। ਮਨੁੱਖ ਵੀ ਇਹ ਦੁਨੀਆ ਤੇ ਸਵਾਦ ਵਿੱਚ ਹੀ ਫਸ ਜਾਂਦਾ ਹੈ, ਕਦੇ ਖਾਣ ਪੀਣ ਦੇ ਸਵਾਦ ਵਿੱਚ, ਪਾਉਣ ਦੇ ਸਵਾਦ ਵਿੱਚ, ਇਹ ਇਸੇ ਸਵਾਦ ਵਿੱਚ ਫਸ ਜਾਂਦਾ ਹੈ, ਕਈ ਵਾਰੀ ਮਾਇਆ ਦੇ ਸਵਾਦ ਵਿੱਚ। ਇੱਕ ਹੋਰ ਵੀ ਗੱਲ ਹੈ, ਇਹਨੂੰ ਪਤਾ ਵੀ ਹੈ ਵੀ ਜਿੰਨੀ ਮਾਇਆ ਮੇਰੇ ਕੋਲ ਹੈ ਇਹ ਬੜੀ ਹੈ, ਫਿਰ ਅੱਗੇ ਤੋਂ ਅੱਗੇ ਕਿਉਂ ਚੱਲਦਾ ਹੈ? ਇਹ ਅੱਗੇ ਤੋਂ ਅੱਗੇ ਤਾਂ ਚੱਲਦਾ ਹੈ, ਇਹਦੇ ਅੰਦਰ ਡਰ ਹੁੰਦਾ ਹੈ। ਮਨੁੱਖ ਆਪਣੀ ਟੇਕ ਮਾਇਆ ਨੂੰ ਧਰ ਲੈਂਦਾ। ਮਨੁੱਖ ਪਤਾ ਕੀ ਸੋਚਦਾ, ਕੱਲ ਨੂੰ ਜੇ ਮੇਰੇ ਤੇ ਮੁਸੀਬਤ ਆ ਗਈ, ਇਹ ਮਾਇਆ ਮੇਰੀ ਸਾਥ ਦੇਵੇਗੀ। ਚਲੋ ਦੁਨੀਆ ਦੇ ਵਿੱਚ ਤੇ ਮਾੜਾ ਮੋਟਾ ਸਾਥ ਇਹ ਨਿਭਾਉਂਦੀ ਹੈ, ਪਰ ਮੁਸ਼ਕਲਾਂ ਦੇ ਵਿੱਚ ਕਈ ਵਾਰੀ ਮਨੁੱਖ ਨੇ 50-50 ਲੱਖ ਰੁਪਈਆ ਵੀ ਜੋੜਿਆ ਹੁੰਦਾ ਹੈ, ਇੱਕ ਵਾਰੀ ਦਾਖਲ ਹੋ ਜਾਏ 50,000 ਇੱਕੋ ਮਿੰਟ 'ਚ ਹੀ ਚਲਾ ਜਾਂਦਾ। ਇਸ ਕਰਕੇ ਮਨੁੱਖ ਦੀ ਜਿਹੜੀ ਬਿਰਤੀ ਹੈ ਉਹ ਮਾਇਆ ਦੇ ਨਾਲ ਤਾਂ ਜੁੜਦੀ ਹੈ, ਇਹਨੂੰ ਇਹ ਸਹਾਇਕ ਮੰਨਦਾ ਆਪਣਾ, ਇਹਨੂੰ ਇਹ ਰਖਵਾਲਾ ਮੰਨਦਾ ਹੈ। ਫਿਰ ਜਦੋਂ ਚੌਖੀ ਹੋ ਜਾਂਦੀ ਹੈ, ਫਿਰ ਇਹਦਾ ਹੰਕਾਰ ਵੀ ਇਹ ਕਰਦਾ, ਕਿਉਂਕਿ ਹੰਕਾਰ ਤਾਂ ਕਰਦਾ, ਮਾਇਆ ਦੀ ਵਡਿਆਈ ਹੈ ਨਾ ਦੁਨੀਆ ਦੇ ਵਿੱਚ। ਦੁਨੀਆ ਦੇ ਵਿੱਚ ਜਿਹਦੇ ਕੋਲ ਜ਼ਿਆਦਾ ਮਾਇਆ ਨੂੰ ਵੱਡਾ ਸਮਝਿਆ ਜਾਂਦਾ ਹੈ। ਫਿਰ ਇਹਦੇ ਅੰਦਰ ਹੰਕਾਰ ਇਹ ਹੁੰਦਾ ਹੈ, ਹੁਣ ਮੇਰੇ ਜਿੰਨੇ ਵੀ ਕੰਮ ਨੇ ਮੈਂ ਮਾਇਆ ਨਾਲ ਹੀ ਕਰ ਰਿਹਾ, ਫਿਰ ਮੈਨੂੰ ਲੋੜ ਨਹੀਂ, ਤਾਂ ਹੀ ਕਰਕੇ ਵੇਖਣਾ ਜਦੋਂ ਬਹੁਤੀ ਇਹ ਮਾਇਆ ਆ ਜਾਏ ਮਨੁੱਖ ਦੇ ਕੋਲ, ਫਿਰ ਇਹਨੂੰ ਨਾ ਨਿਤਨੇਮ ਯਾਦ ਰਹਿੰਦਾ ਹੈ, ਗੁਰੂ ਦਾ ਨਾਮ, ਪਰਮਾਤਮਾ ਦੀ ਬੰਦਗੀ, ਸਾਰਾ ਕੁਝ ਹੀ ਰੁੜ ਜਾਂਦਾ। ਕਿਉਂ ਚਲਾ ਜਾਂਦਾ ਹੈ? ਕਿਉਂਕਿ ਇਹਨੂੰ ਨਿਸ਼ਚਾ ਆ ਜਾਂਦਾ ਹੈ, ਹੁਣ ਮੈਨੂੰ ਗੁਰੂ ਦੀ ਲੋੜ ਨਹੀਂ, ਪੈਸੇ ਵਾਸਤੇ ਜਾਈਦਾ ਸੀ, ਉਹ ਉਹਨੇ ਦੇ ਦਿੱਤਾ ਹੈ, ਹੁਣ ਮੇਰੇ ਜਿੰਨੇ ਕਾਰਜ ਨੇ ਰੁਪਈਏ ਨਾਲ ਹੀ ਹੋ ਜਾਣਗੇ। ਇਹਨੂੰ ਐਵੇਂ ਲੱਗਦਾ ਹੈ, ਪਰ ਐਸਾ ਨਹੀਂ ਹੈ। ਦੁਨੀਆ ਦੇ ਕਾਰਜ ਹੋ ਜਾਂਦੇ ਨੇ, ਐਸੀ ਗੱਲ ਨਹੀਂ। ਮਾਇਆ ਗੁਜਰਾਨ ਮਹਾਰਾਜ ਨੇ ਕਿਹਾ, ਮਾਇਆ ਨੂੰ ਗੁਜਰਾਨ ਕਿਹਾ ਸੱਚੇ ਪਾਤਸ਼ਾਹ। ਆਮ ਪੰਜਾਬੀ ਦੇ ਵਿੱਚ ਵੀ ਇਤਿਹਾਸ 'ਚ ਵੀ ਆਉਂਦਾ ਹੈ, ਕਹਿੰਦੇ ਕਿੰਨੀ ਕੁ ਮਾਇਆ ਚਾਹੀਦੀ ਹੈ। ਉਹ ਗੁਰਬਾਣੀ ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ, ਕਹਿੰਦੇ ਖਾਣ ਪੀਣ ਲਈ ਥੁੜੇ ਨਾ, ਸਵਾਲੀ ਕੋਈ ਮੁੜੇ ਨਾ, ਇੰਨੀ ਰੱਬਾ ਦਈ ਮੇਰੇ ਤੇ ਖਾਣ ਪੀਣ ਵਿੱਚ ਥੁੜੇ ਨਾ। ਜੇ ਕੋਈ ਮੇਰੇ ਘਰ ਮੰਗਣ ਵੀ ਆ ਗਿਆ ਹੈ, ਕੋਈ ਸਵਾਲ ਵੀ ਕਿਸੇ ਨੇ ਕਰ ਲਿਆ, ਉਹ ਖਾਲੀ ਨਾ ਮੁੜੇ। ਖਾਣ ਪੀਣ ਲਈ ਥੁੜੇ ਨਾ, ਸਵਾਲੀ ਕੋਈ ਮੁੜੇ ਨਾ, ਤੇ ਮਾਇਆ ਜੁੜੇ ਨਾ। ਲਾਸਟ 'ਚ ਕਿਹਾ ਮਾਇਆ ਜੁੜੇ। ਕਬੀਰ ਸਾਹਿਬ ਜੀ ਦਾ ਭਾਵੇਂ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਬੀਜਕ ਦੇ ਵਿੱਚ ਹੈ, ਉਹਦਾ ਮੈਂ ਆਪ ਜੀ ਨੂੰ ਭਾਵ ਹੀ ਦੱਸ ਦੇਣਾ। ਉਹਦੇ ਵਿੱਚ ਉਹ ਕਹਿੰਦੇ ਨੇ, ਜਿਵੇਂ ਕਿਸ਼ਤੀ ਦੇ ਵਿੱਚ ਪਾਣੀ ਭਰ ਜਾਂਦਾ ਹੈ, ਉਹ ਜਦੋਂ ਕਿਸ਼ਤੀ ਚੱਲਦੀ ਹੈ ਥੋੜ੍ਹਾ ਥੋੜ੍ਹਾ ਪਾਣੀ ਉਹਦੇ ਥੱਲੋਂ ਫੱਟਿਆਂ ਦੇ ਵਿੱਚੋਂ, ਦਰਾਜਾਂ ਦੇ ਵਿੱਚੋਂ ਅੰਦਰ ਪੈਂਦਾ ਰਹਿੰਦਾ ਹੈ।
ਹੁਣ ਜਿਹੜਾ ਚੱਪੂ ਮਾਰਨ ਵਾਲਾ ਹੈ, ਪਾਣੀ ਥੋੜਾ ਥੋੜਾ ਬਾਹਰ ਕੱਢਦਾ ਰਹਿੰਦਾ। ਜੇ ਉਹ ਪਾਣੀ ਬਾਹਰ ਨਾ ਕੱਢੇ, ਇੱਕ ਦਿਨ ਭਰਦਿਆਂ ਕਿਸੇ ਉਹ ਸਮੁੰਦਰ ਵਿੱਚ ਹੀ ਡੁੱਬ ਜਾਏਗੀ। ਕਹਿੰਦੇ ਜਿਹੜੇ ਮਾਇਆ ਦੇ ਸਗਮੇ ਨੇ, ਇਹ ਗੁਰੂ ਸਾਹਿਬ ਨੇ ਇਹ ਕਿਤੇ ਨਹੀਂ ਕਿਹਾ ਮਾਇਆ ਤੂੰ ਜੋੜ ਨਾ। ਮਹਾਰਾਜ ਨੇ ਤੇ ਇਵੇਂ ਕਿਹਾ ਮਾਇਆ ਤੇਰੇ ਕੋਲ ਹੋਣੀ ਚਾਹੀਦੀ ਹੈ, ਪਰ ਮਾਇਆ ਹੋਏ ਤੇਰੀ ਦਾਸੀ, ਤੂੰ ਮਾਇਆ ਦਾ ਦਾਸ ਨਾ ਹੋਵੇਂ। ਲక్ష్ਮੀ ਤੇਰੀ ਦਾਸੀ ਹੋਣੀ ਚਾਹੀਦੀ ਹੈ, ਤੂੰ ਲక్ష్ਮੀ ਦਾ ਪੁਜਾਰੀ ਨਾ ਬਣ ਜਾਈ। ਆਪਾਂ ਕਰਦੇ ਹਾਂ, ਕਈ ਵਾਰੀ ਵੇਖਿਆ ਲక్ష్ਮੀ ਪੂਜਨ ਹੁੰਦਾ, ਲక్ష్ਮੀ ਦਾ ਪੂਜਨ ਨਹੀਂ, ਰੱਬ ਦਾ ਪੂਜਨ ਕਰੋ, ਅਕਾਲ ਪੁਰਖ ਦਾ ਪੂਜਨ ਕਰੋ ਜਿਹਨੇ ਲక్ష్ਮੀ ਬਣਾਈ ਹੈ। ਜੇ ਅਕਾਲ ਪੁਰਖ ਦਾ ਪੂਜਨ ਮਨੁੱਖ ਕਰੇਗਾ, ਲక్ష్ਮੀ ਇਹਦੇ ਕੰਟਰੋਲ ਵਿੱਚ ਚੱਲੇਗੀ। ਜਦੋਂ ਮਨੁੱਖ ਲక్ష్ਮੀ ਦਾ ਪੁਜਾਰੀ ਬਣ ਜਾਂਦਾ ਹੈ, ਫਿਰ ਮਨੁੱਖ ਲక్ష్ਮੀ ਦੇ ਕੰਟਰੋਲ ਵਿੱਚ ਚੱਲਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਤੂੰ ਅਕਾਲ ਪੁਰਖ ਦੀ ਮੰਨ ਬੱਚਿਆ, ਜਿਹੜੇ ਘਰ ਨੂੰ ਤੂੰ ਸੱਚ ਮੰਨੀ ਬੈਠਾ ਬੱਚਾ, ਉਹ ਤੇ ਘਰ ਤੇਰਾ ਨਹੀਂ ਹੈ। ਸਿਸ ਕੈ ਮਾਤ ਪਿਤਾ ਘਰ ਜੋ, ਮੈਂ ਪਛਾਨਿਓ ਆਪਣੋ ਸੋ। ਉਹ ਬੱਚਾ ਕਹਿਣ ਲੱਗਾ, ਮਹਾਰਾਜ ਜਿਹੜੇ ਮੇਰੇ ਮਾਂ-ਬਾਪ ਨੇ ਨਾ ਘਰ, ਉਹਨਾਂ ਨੂੰ ਤੇ ਮੈਂ ਆਪਣਾ ਕਰਕੇ ਹੀ ਜਾਣ ਲਿਆ ਹੈ। ਕਹਤੇ ਮਾਖਨ ਬਾਸਣ ਲੀਨੋ, ਆਨ ਉਪਾਇਨ ਤੁਮਰੀ ਕੀਨੋ। ਇਸ ਕਰਕੇ ਮੈਂ ਉਹਨਾਂ ਨੂੰ ਆਪਣਾ ਸਮਝਿਆ, ਫਿਰ ਉਹਨਾਂ ਦਾ ਘਰ ਵੀ ਮੇਰਾ ਹੀ ਹੋਇਆ। ਇਸ ਕਰਕੇ ਮੈਂ ਉੱਥੋਂ ਮੱਖਣ ਚੋਰੀ ਕੀਤਾ ਤੇ ਲਿਆ ਕੇ ਤੁਹਾਡੇ ਅੱਗੇ ਭੇਟ ਧਰ ਦਿੱਤਾ ਹੈ। ਔਰ ਉਠਤ ਭੀ ਚੌਂਕ ਨਵੀਨੀ, ਆਵਨ ਲੱਗੇ ਨਾ ਸੁਤ ਕਿਸ ਦੀਨੀ। ਮਹਾਰਾਜ ਮੈਂ ਤੇ ਉਹਨਾਂ ਦੇ ਸੁੱਤੇ ਪਏ ਚੁੱਕ ਲਿਆ। ਸਵੇਰੇ ਉੱਠ ਗਿਆ ਸੀ ਮੈਂ, ਉੱਠਦਿਆਂ ਹੀ ਸੱਚੇ ਪਾਤਸ਼ਾਹ ਮੱਖਣ ਚੁੱਕ ਕੇ ਨਾ ਉਹਨਾਂ ਨੂੰ ਦੱਸਿਆ ਹੀ ਹੈ ਮੈਂ ਕਿੱਥੇ ਜਾ ਰਿਹਾ ਹਾਂ। ਦੋਹਰਾ ਓ ਬਾਲਿਕ ਪਿਤ ਮਾਤ ਮਿਤਾ ਤੇ, ਆਨਿਓ ਕ੍ਰਿਤ ਚੁਰਾਏ। ਮਹਾਰਾਜ ਜੀ ਕਹਿੰਦੇ, ਬੱਚਿਆ ਤੂੰ ਆਪਣੇ ਮਾਂ-ਬਾਪ ਤੋਂ ਜਿਹੜਾ ਮੱਖਣ ਲਿਆਂਦਾ ਹੈ, ਇਹ ਚੋਰੀ ਕਰਕੇ ਲਿਆਂਦਾ ਹੈ। ਬਹੁਰੋ ਜੇ ਘਰ ਜਾਵਈ, ਮਾਰਹਿ ਤੋਹੇ ਰਿਸਾਏ। ਜੇ ਤੂੰ ਹੁਣ ਘਰ ਜਾਏਗਾ, ਤੈਨੂੰ ਗੁੱਸੇ ਹੋਣਗੇ, ਤੈਨੂੰ ਤੇਰੇ ਮਾਂ-ਬਾਪ ਮਾਰਨਗੇ ਨਹੀਂ। ਤੂੰ ਜਿੰਨਾ ਮੱਖਣ ਮਹੀਨੇ ਦਾ ਇਕੱਠਾ ਹੋਇਆ ਸਾਰੇ ਹੀ ਚੁੱਕ ਲਿਆਂਦਾ ਹੈ, ਕਿਉਂਕਿ ਥੋੜੇ ਦਿਨ ਰੋਜ਼ ਮੱਖਣ ਇਕੱਠਾ ਹੁੰਦਾ ਹੈ। ਤੂੰ ਚੁੱਕ ਕੇ ਮੈਨੂੰ ਦੇਣ ਆ ਗਿਆ। ਬੇਟਾ ਜਦੋਂ ਤੂੰ ਘਰ ਜਾਏਗਾ, ਤੇਰੇ ਮਾਤਾ ਪਿਤਾ ਤੈਨੂੰ ਮਾਰਨਗੇ। ਇਹ ਮਾਖਣ ਹਮ ਲੇਵਹਿ ਨਹੀਂ, ਗਮ ਨਹੁ ਲੈ ਆਪਣੇ ਘਰ ਮਾਹੀ। ਬੱਚਾ ਅਸੀਂ ਜਿਹੜਾ ਇਹ ਮੱਖਣ ਹੈ ਅਸੀਂ ਨਹੀਂ ਲੈਣਾ, ਤੂੰ ਆ ਮੱਖਣ ਚੁੱਕ ਤੇ ਆਪਣੇ ਘਰ ਚਲਾ ਜਾ। ਪਹੁੰਚੋ ਹਮਕੋ ਤੈਂ ਜੋ ਲਿਆਏ, ਹਵੈ ਪ੍ਰਸੰਨ ਦੇਖਿਓ ਔਰ ਭਾਏ। ਮਹਾਰਾਜ ਜੀ ਕਹਿੰਦੇ, ਬੂੜਾ ਜੋ ਤੂੰ ਭਾਈ ਲੈ ਕੇ ਆਇਆ ਸਾਡੇ ਕੋਲ ਪਹੁੰਚ ਗਿਆ, ਮੈਂ ਖੁਸ਼ ਵੀ ਹੋ ਗਿਆ ਤੇਰੀ ਸੇਵਾ ਵੇਖ, ਪਰ ਬੇਟਾ ਇਹ ਜਿਹੜਾ ਮੱਖਣ ਹੈ ਤੂੰ ਆਪਣੇ ਘਰ ਲੈ ਜਾ। ਸੁਣ ਕੇ ਬੂੜਾ ਰੋਵਣ ਲੱਗਾ, ਪ੍ਰੇਮ ਬ੍ਰਹਿ ਔਰ ਅੰਤਰ ਜਾਗਾ। ਉਹ ਜਿਹੜਾ ਬੱਚਾ ਸੀ, ਮਹਾਰਾਜ ਨੇ ਜਦੋਂ ਇਹੋ ਜਿਹੀ ਗੱਲ ਕੀ, ਉਹ ਰੋਣ ਲੱਗ ਗਿਆ, ਕਿਉਂਕਿ ਉਹਦੇ ਦਿਲ ਵਿੱਚ ਪ੍ਰੇਮ ਬੜਾ ਹੈ ਗੁਰੂ ਦੇ ਪ੍ਰਤੀ। ਰੋ ਕੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ, ਮਾਰਹਿ ਮਾਤ ਪਿਤਾ ਮੁਝ ਕਬਹੀ, ਤੁਮ ਮਾਰਤ ਹੋ ਮੋਕੋ ਅਬਹੀ। ਕਹਿੰਦੇ ਮਹਾਰਾਜ ਮੇਰੇ ਮਾਤਾ ਪਿਤਾ ਦਾ ਤੇ ਪਤਾ ਨਹੀਂ ਮੈਨੂੰ ਮਾਰਨਗੇ ਕਿ ਨਹੀਂ ਮਾਰਨਗੇ, ਤੁਸੀਂ ਮੈਨੂੰ ਹੁਣੀਓ ਹੀ ਮਾਰ ਦਿੱਤਾ। ਸੱਚੇ ਪਾਤਸ਼ਾਹ ਮੇਰੇ ਲਿਆਏ ਹੋਏ ਮੱਖਣ ਨੂੰ ਤੁਸੀਂ ਲੈ ਨਹੀਂ ਰਹੇ, ਮੈਂ ਤੇ ਹੁਣੇ ਮਰ ਗਿਆ। ਮਹਾਰਾਜ ਮੇਰੀ ਕੀਤੀ ਹੋਈ ਚੀਜ਼ ਨੂੰ ਤੁਸੀਂ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਕੋਈ ਵੀ ਚੀਜ਼ ਲੈ ਕੇ ਆਉਂਦੇ ਹਾਂ ਉਹਨੂੰ ਭੋਗ ਲੱਗਦਾ, ਕੜਾਹ ਪ੍ਰਸ਼ਾਦ ਲੈ ਕੇ ਆਉਂਦੇ ਹਾਂ ਉਹਨੂੰ ਭੋਗ ਲੱਗਦਾ, ਉਹਨੂੰ ਮਹਾਰਾਜ ਪ੍ਰਵਾਨ, ਆਪਾਂ ਸ਼ਬਦ ਵਰਤਦੇ ਹਾਂ ਆਪਣੇ ਦਰ ਤੇ ਪ੍ਰਵਾਨ ਕਰੋ। ਮਾਇਆ ਲੈ ਕੇ ਉਹਨੇ ਉਹਦੀ ਵੀ ਅਰਦਾਸ ਕਰਾਉਂਦੇ ਹਾਂ, ਪ੍ਰਵਾਨ ਕਰੋ। ਇਸ ਕਰਕੇ ਮਹਾਰਾਜ ਜੀ ਨੂੰ ਕਹਿ ਰਿਹਾ, ਮਹਾਰਾਜ ਮੇਰੀ ਜ਼ਿੰਦਗੀ ਕਾਹਦੀ ਹੈ, ਤੁਹਾਡੇ ਨਾਲ ਪ੍ਰੇਮ ਕੀਤਾ, ਮੇਰੀ ਲਿਆਂਦੀ ਹੋਈ ਚੀਜ਼ ਨੂੰ ਕਹਿ ਦਿੱਤਾ ਹੈ ਵਾਪਸ ਲੈ ਜਾ। ਸ਼੍ਰੀ ਗੁਰ ਭਨੈ ਕੁਆਕ ਨਾ ਕਹਿਓ, ਹਮਨੇ ਤੋਰ ਭਲਾ ਹੀ ਚਹਿਓ। ਮਹਾਰਾਜ ਕਹਿੰਦੇ, ਬੂੜਿਆ ਭਾਈ ਤੈਨੂੰ ਮੈਂ ਮਾੜੀ ਗੱਲ ਨਹੀਂ ਕਹੀ, ਮੈਂ ਤੇ ਜੋ ਕੁਝ ਕਿਹਾ ਤੇਰੇ ਭਲੇ ਵਾਸਤੇ ਕਿਹਾ ਹੈ। ਕੌਣ ਮਾਰ ਕੀਨੀ ਤੁਝ ਤਾਈ, ਜਾਂਦੇ ਰੁਦਨ ਕਰੈ ਬਿਲ ਲਾਈ। ਮਹਾਰਾਜ ਕਹਿੰਦੇ, ਕਿੰਨੇ ਤੈਨੂੰ ਮਾਰਿਆ, ਤੂੰ ਇੰਨਾ ਉੱਚੀ ਰੋ ਰਿਹਾ ਹੈ,
ਭਾਈ ਮੈਨੂੰ ਇਹ ਤੇ ਗੱਲ ਦੱਸ, ਤੈਨੂੰ ਕਿਸੇ ਨੇ ਮਾਰਿਆ ਤੇ ਨਹੀਂ? ਸੁਨੋ ਪ੍ਰਭੂ ਜਸ ਮਾਰਿਓ ਮੋਹੀ, ਇਸ ਤੇ ਵੱਡੀ ਮਾਰ ਨਾ ਹੋਈ। ਕਹਿੰਦਾ ਮਹਾਰਾਜ ਜਿਵੇਂ ਤੁਸੀਂ ਮਾਰਿਆ ਇਹ ਤੋਂ ਵੱਡੀ ਮਾਰ ਨਹੀਂ। ਇਹ ਗੱਲ ਵੇਖੋ, ਜਦੋਂ ਗੁਰੂ ਹੀ ਉਹ ਆਪਣੇ ਵੱਲੋਂ ਗੁਰੂ ਜੀ ਤੇ ਕਹਿ ਰਹੇ ਨੇ ਮੈਂ ਐਕਸੈਪਟ ਕਰ ਲਿਆ, ਪਰ ਕਹਿੰਦਾ ਮਹਾਰਾਜ ਜਿਵੇਂ ਤੁਸੀਂ ਮਾਰਿਆ, ਦੁਨੀਆ ਦੀਆਂ ਥੱਪੜਾਂ ਦੀ ਮੈਨੂੰ ਸੱਟ ਨਹੀਂ ਵੱਜੀ। ਜਦੋਂ ਪਿਆਰਾ ਪ੍ਰੀਤਮ ਸੱਚੇ ਪਾਤਸ਼ਾਹ ਉਹੀ ਮੇਰੀ ਲਿਆਈ ਹੋਈ ਚੀਜ਼ ਨੂੰ ਆਪਣੇ ਦਰ ਤੇ ਕਬੂਲ ਨਹੀਂ ਕਰੇਗਾ, ਫਿਰ ਕਰੇਗਾ। ਐਸਾ ਕਈ ਵਾਰੀ ਸਾਡੀ ਜ਼ਿੰਦਗੀ 'ਚ ਹੁੰਦਾ ਹੈ। ਕਈ ਵਾਰੀ ਅਸੀਂ ਮਹਾਰਾਜ ਜੀ ਨੂੰ ਕੋਈ ਚੀਜ਼ ਲੈ ਕੇ ਆਉਂਦੇ ਆ, ਕਈ ਵਾਰੀ ਉਹਨਾਂ ਨੂੰ ਭੋਗ ਨਹੀਂ ਲੱਗਦਾ, ਕਈ ਵਾਰੀ ਕੜਾਹ ਪ੍ਰਸ਼ਾਦ ਨੂੰ ਭੁੱਲ ਜਾਂਦੇ। ਇਹਦਾ ਮਤਲਬ ਇਹ ਹੁੰਦਾ ਹੈ ਕਿਤੇ ਨਾ ਕਿਤੇ ਸਾਡੀ ਉਹ ਚੀਜ਼ ਲਿਆਂਦੀ ਮੇਰੇ ਮਹਾਰਾਜ ਨੇ ਐਕਸੈਪਟ ਕੀਤੀ। ਮਹਾਰਾਜ ਤੋਂ ਉਦੋਂ ਫਿਰ ਮਨੁੱਖ ਨੂੰ ਭੁੱਲ ਬਖਸ਼ਾਉਣੀ ਚਾਹੀਦੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਅੱਜ ਵੀ ਸਿੱਖ ਉਪਾਇਨ ਆਪਣੀਆਂ ਭੇਟਾਵਾਂ ਉਵੇਂ ਹੀ ਲੈ ਕੇ ਆ ਰਹੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦੇ ਸੀ। ਅੱਜ ਸਾਡਾ ਕੋਈ ਕਾਰਜ ਸਿਰੇ ਚੜ੍ਹਦਾ ਹੈ, ਅਸੀਂ ਮਹਾਰਾਜ ਜੀ ਵਾਸਤੇ ਡੱਬਾ ਲੈ ਕੇ, ਕੋਈ ਮਿਠਾਈ ਲੈ ਕੇ ਆਉਂਦੇ ਆ, ਕੋਈ ਫਰੂਟ ਲੈ ਕੇ ਆਉਂਦੇ ਆ। ਇਹ ਕਿਹਦੇ ਵਾਸਤੇ? ਗੁਰੂ ਵਾਸਤੇ। ਕਈ ਸ਼ੰਕਾਵਾਦੀ ਫਿਰ ਸਵਾਲ ਕਰਦੇ ਨੇ ਗੁਰੂ ਨੇ ਕਿਹੜਾ ਖਾਣੇ ਨੇ? ਗੁਰੂ ਖਾਂਦਾ ਨਹੀਂ। ਗੁਰੂ ਨੂੰ ਕਿਹੜਾ ਕੋਈ ਅੰਦਰ ਤ੍ਰਿਸ਼ਨਾ ਹੈ ਖਾਣ ਪੀਣ ਦੀ? ਗੁਰੂ ਦੇ ਦਰ ਤੇ ਨਾ ਵੀ ਲਿਆਏਗਾ ਫਿਰ ਕਿਹੜਾ ਗੁਰੂ ਨੇ ਕਹਿਣਾ ਤੂੰ ਲੈ ਕੇ ਨਹੀਂ ਆਇਆ? ਗੁਰੂ ਦੇ ਅੰਦਰ ਤ੍ਰਿਸ਼ਨਾ ਨਹੀਂ ਹੈ। ਜਿੰਨੀ ਸੰਗਤ ਗੁਰਦੁਆਰੇ ਆਈ ਹੁੰਦੀ ਹੈ ਇਹਨਾਂ ਵਿੱਚ ਗੁਰੂ ਹੀ ਵਸਦਾ। ਸ੍ਰੀ ਅਕਾਲ। ਇਹ ਜਿਹੜੀ ਗੁਰਦੁਆਰਾ ਸਾਹਿਬ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਜਿਹੜੀ ਸੰਗਤ ਬਾਹਰ ਪ੍ਰਸ਼ਾਦ ਛਕਦੀ ਹੈ ਇਹ ਗੁਰੂ ਹੀ ਤੇ ਛਕ ਰਿਹਾ ਹੁੰਦਾ ਹੈ। ਬਾਰਿਓ ਦੀਪਕ ਦੀਪਤ ਪ੍ਰਕਾਸ਼ਾ, ਪੁੰਨ ਬੁਝਾਏ ਕੈ ਕਰੋ ਨਿਰਾਸ਼ਾ। ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਜੀ ਐਵੇਂ ਕਰੋ, ਮੇਰੇ ਮਨ ਦਾ ਦੀਪਕ ਜਗਾ ਦਿਓ, ਮੇਰੇ ਮਨ ਦੇ ਵਿੱਚ ਮੈਨੂੰ ਗਿਆਨ ਦੇ ਦੇਵੋ। ਤੁਮਹਿ ਉਚਿਤ ਅਧਿਕਾਏ ਜਰਾਵੋ, ਪਾਏ ਸਨੇਹ ਪੁਨਹਿ ਉਪਸਾਵੋ। ਮਹਾਰਾਜ ਮੇਰੇ ਮਨ ਦੇ ਅੰਦਰ ਪ੍ਰੇਮ ਦੀ ਵੱਟੀ ਪਾ ਕੇ, ਪ੍ਰੇਮ ਦਾ ਤੇਲ ਪਾ ਕੇ, ਜਿਹੜੀ ਇਹ ਵੱਟੀ ਹੈ ਮੇਰੇ ਮਨ ਦੀ, ਇਹਨੂੰ ਉੱਚਾ ਚੁੱਕ ਦਿਓ। ਤੁਮ ਕੋ ਟਾਰ ਵਸਤ ਦੇਖਾਰਵੋ, ਪੂਰ ਆਸ ਅਸ ਕਸ਼ਟ ਮਿਟਾਵੋ। ਮਹਾਰਾਜ ਜੀ ਮੈਨੂੰ ਦੁਨੀਆ ਦੀ ਅਸਲੀ ਵਸਤੂ ਆਓ, ਦੁਨੀਆ ਦੀ ਸੱਚਾਈ ਕੀ ਹੈ ਮੈਨੂੰ ਇਹ ਵਿਖਾ ਦਿਓ ਜਿਹਦੇ ਨਾਲ ਮੇਰੇ ਦੁੱਖਾਂ ਦਾ ਨਾਸ਼ ਹੋ ਜਾਏਗਾ। ਮੁਸਕਾਨੇ ਗੁਣ ਖਾਨ ਬਾਨੀ, ਤੇਸੋ ਪੁੰਨ ਭਨੀ। ਮਹਾਰਾਜ ਜੀ ਮੁਸਕਾਨ ਲੱਗ ਪਏ, ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖ ਚੋਂ ਬਾਣੀ ਕਹੀ ਹੈ। ਬੂਢੇ ਵੱਡੇ ਸਮਾਨ ਬਾਤੈ, ਤੂੰ ਮੁਖ ਤੇ ਕਹਿ। ਮਹਾਰਾਜ ਜੀ ਕਹਿੰਦੇ ਹੈ ਤੇ ਤੂੰ ਬੱਚਾ ਹੈ, ਬੱਚਿਆਂ ਤੇਰੀਆਂ ਗੱਲਾਂ ਬੁੱਢੀਆਂ ਵਾਲੀਆਂ, ਤੇਰੀ ਉਮਰ ਛੋਟੀ ਹੈ, ਤੇਰੀ ਸਰੀਰਕ ਆਯੂ ਛੋਟੀ ਹੈ ਬੱਚਾ, ਤੇਰੀਆਂ ਗੱਲਾਂ ਵੱਡੀਆਂ ਵਾਲੀਆਂ ਹਨ। ਤਬ ਹੀ ਤੇ ਇਹ ਨਾਮ ਭਾਈ ਬੂਢਾ ਕਹਿਤ ਹੈ। ਕਹਿੰਦੇ ਉਸ ਦਿਨ ਤੋਂ ਇਹਨਾਂ ਦਾ ਨਾਮ, ਬੂੜੇ ਦਾ ਨਾਮ ਭਾਈ ਬੁੱਢਾ ਪੈ ਗਿਆ। ਬਾਬਾ ਬੁੱਢਾ ਜੀ ਜਿਹਨੂੰ ਅਸੀਂ ਕਹਿੰਦੇ, ਬੀੜ ਬਾਬਾ ਬੁੱਢਾ ਜੀ ਝਬਾਲ ਦੇ ਨੇੜੇ। ਬਾਬਾ ਬੁੱਢਾ ਜੀ ਏਡੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸੱਚੇ ਪਾਤਸ਼ਾਹ 6 ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥੀਂ ਤਿਲਕ ਕੀਤਾ। ਮਹਾਰਾਜ ਜੀ ਦਾ ਤਿਲਕ ਦੀ ਜਿਹੜੀ ਰਸਮ ਹੁੰਦੀ ਸੀ, ਗੁਰਤਾ ਗੱਦੀ ਤੇ ਜਿਹੜੀ ਰਸਮ ਹੋਇਆ ਕਰਦੀ ਸੀ, 6 ਗੁਰੂ ਸਾਹਿਬਾਨਾਂ ਨੂੰ ਬਾਬਾ ਬੁੱਢਾ ਜੀ ਨੇ ਕੀਤੀ। ਬਾਬਾ ਬੁੱਢਾ ਜੀ ਨੇ 125 ਸਾਲ ਦੇ ਕਰੀਬ ਗੁਰੂ ਘਰ ਦੀ ਸੇਵਾ ਕੀਤੀ। ਜਿਸ ਦਿਨ ਅੰਤਮ ਸਮਾਂ ਬਾਬਾ ਬੁੱਢਾ ਜੀ ਦਾ ਆਇਆ, ਉਸ ਤੋਂ ਪਹਿਲਾਂ ਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਸਰੀਰ ਹੁਣ ਕੰਮ ਨਹੀਂ ਕਰਦਾ, ਮੈਂ ਹੁਣ ਚਾਹੁੰਦਾ ਮੈਂ ਆਪਣੇ ਘਰ ਚਲਾ ਜਾਵਾਂ, ਮੈਂ ਗੁਰੂ ਘਰ ਤੇ ਵਜਨ ਨਹੀਂ ਬਣਨਾ ਚਾਹੁੰਦਾ, ਮੈਂ ਇੱਥੋਂ ਫਰੀ ਦਾ ਲੰਗਰ ਨਹੀਂ ਛਕਣਾ ਚਾਹੁੰਦਾ, ਮੇਰੇ ਤੇ ਕਿਰਪਾ ਕਰੋ, ਮੈਂ ਆਪਣੇ ਘਰ ਚਲਾ ਜਾਵਾਂ। ਬਾਬਾ ਜੀ ਦੇ ਪਰਿਵਾਰ ਦੇ ਮੈਂਬਰ ਵੀ ਲੈਣ ਆਏ ਵੀ ਇਹਨਾਂ ਨੂੰ ਮਹਾਰਾਜ ਅਸੀਂ ਲੈ ਜਾਂਦੇ ਹਾਂ, ਅਸੀਂ ਵੀ ਇਹਨਾਂ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ 'ਚ ਕੁਝ ਪ੍ਰਾਪਤ ਕਰ ਲਵਾਂਗੇ।
ਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਨਹੀਂ ਬਾਬਾ ਬੁੱਢਾ ਜੀ ਸਾਰੀ ਉਮਰ ਇੱਥੇ ਕੱਟੀ ਹੈ, ਹੁਣ ਇੱਥੇ ਰਹੋ। ਚਲੋ ਬਾਬਾ ਬੁੱਢਾ ਜੀ ਆਪਣੇ ਘਰ ਗਏ। ਉਸ ਤੋਂ ਬਾਅਦ ਫਿਰ ਦਰਸ਼ਨਾਂ ਲਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਆਉਂਦੇ ਰਹੇ। ਕਹਿੰਦੇ ਆਉਂਦੇ ਰਹੇ, ਸਰੀਰ ਬਜ਼ੁਰਗ ਹੋ ਗਿਆ। ਫਿਰ ਮਹਾਰਾਜ ਜੀ ਨੇ ਪਾਲਕੀ ਭੇਜਣੀ, ਉਹਦੇ ਵਿੱਚ ਬਾਬਾ ਬੁੱਢਾ ਜੀ ਨੇ ਆਉਣਾ। ਇੱਕ ਦਿਨ ਕੀ ਤੱਕਦੇ ਨੇ, ਪਾਲਕੀ ਆ ਰਹੀ ਸੀ, ਪਾਲਕੀ ਨੂੰ ਮੋਢਾ ਗੁਰੂ ਹਰਗੋਬਿੰਦ ਸਾਹਿਬ ਨੇ ਮਿਲਾ ਲਿਆ। ਕਹਿੰਦੇ ਬਾਬਾ ਬੁੱਢਾ ਜੀ ਨੂੰ ਇਹ ਮਹਿਸੂਸ ਹੋਇਆ, ਬ੍ਰਹਮ ਗਿਆਨੀ ਸਨ, ਪਾਲਕੀ ਦੇ ਵਿੱਚੋਂ ਹੀ ਛਾਲ ਮਾਰੀ। ਕਹਿੰਦੇ ਮਹਾਰਾਜ ਨਾ, ਮੈਂ ਤੇ ਤੁਹਾਡੇ ਦਰ ਦਾ ਨਿਮਾਣਾ ਜਾਂ ਦਾਸ ਹਾਂ, ਮੇਰੀ ਏਡੀ ਵੱਡੀ ਸ਼ਖਸੀਅਤ ਨਹੀਂ, ਤੁਸੀਂ ਮੋਢਾ ਲਾਓ ਤੇ ਮੈਂ ਜਾਵਾਂ। ਕਹਿੰਦੇ ਇਸ ਕਰਕੇ ਬਾਬਾ ਬੁੱਢਾ ਜੀ ਮਹਾਰਾਜ, ਜਿਨ੍ਹਾਂ ਨੇ ਬੜੀ ਗੁਰੂ ਘਰ ਦੀ ਸੇਵਾ ਕੀਤੀ, ਜਦੋਂ ਅੰਤਮ ਸਮਾਂ ਆਇਆ 125 ਸਾਲ ਸੇਵਾ ਕੀਤੀ ਗੁਰੂ ਘਰ ਦੀ, 13 ਸਾਲ ਤੋਂ ਲੈ ਕੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਹੱਥ ਜੋੜੇ, ਮਹਾਰਾਜ ਆਪਣੇ ਮੁਖੋਂ ਕਹੋ ਮੈਂ ਹੱਥ ਜੋੜਦਾ, ਮੇਰੇ ਤੋਂ ਸੇਵਾ ਕਰਦਿਆਂ ਕੋਈ ਗਲਤੀ, ਜਿੰਨੀਆਂ ਗਲਤੀਆਂ ਹੋਈਆਂ ਨੇ ਮਾਫ ਕਰ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿ ਬਾਬਾ ਬੁੱਢਾ ਜੀ ਮੈਨੂੰ ਯਾਦ ਹੈ ਤੁਹਾਡੇ ਤੋਂ ਗਲਤੀ ਕੋਈ ਨਹੀਂ। ਫਿਰ ਹੱਥ ਜੋੜੇ, ਨਹੀਂ ਮਹਾਰਾਜ ਮੈਂ ਮਨੁੱਖ ਹਾਂ, ਮਨੁੱਖੀ ਜੀ ਹੈ ਸਾਡਾ, ਅਲਪ ਮਾਤਾ, ਕੋਈ ਗਲਤੀਆਂ ਹੋ ਗਈਆਂ ਹੋਣਗੀਆਂ ਮਾਫ ਕਰ ਦਿਓ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਫੜ ਲਏ, ਬਾਬਾ ਬੁੱਢਾ ਜੀ ਗਲਤੀ ਕੋਈ ਨਹੀਂ ਹੋਈ। ਕਹਿੰਦੇ ਮਹਾਰਾਜ ਇੱਕ ਵਾਰੀ ਮੁਖ ਤੋਂ ਕਹਿ ਦਿਓ, ਜਾ ਬੁੱਢਿਆ ਤੈਨੂੰ ਬਖਸ਼ਿਆ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਹਾਡਾ ਸਥਾਨ ਦਰਗਾਹ 'ਚ ਬੜਾ ਉੱਚਾ ਹੈ, ਇਹ ਦੁਨੀਆ 'ਚ ਬੜਾ ਉੱਚਾ ਸਥਾਨ ਹੈ। ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ, 6 ਗੁਰੂ ਸਾਹਿਬਾਨਾਂ ਦੇ ਤੁਸੀਂ ਦਰਸ਼ਨ ਕਰਕੇ ਆਪਣੇ ਹੱਥੀਂ ਤਿਲਕ ਲਾਇਆ। ਤੁਹਾਡਾ ਸਥਾਨ ਸਿੱਖੀ ਦੇ ਵਿੱਚ ਸਭ ਤੋਂ ਉੱਤਮ ਹੈ। ਸ਼ਰਨ ਗਇਓ ਸੁਖ ਧਾਮ, ਕਰੁਣਾ ਕੀਨੀ ਜਗਤ ਗੁਰ। ਮਹਾਰਾਜ ਜੀ ਦੀ ਸ਼ਰਨ ਫੜ ਲਈ ਭਾਈ ਬੁੱਢੇ ਨੇ, ਤੇ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਉਹਨਾਂ ਤੇ ਕੀਤੀ ਹੈ। ਹੈ ਸਿਸ ਕਰਕੇ ਭਉਨ ਭਾਰੀ, ਬੰਧਨ ਕਰ ਕਰਤਾਰ ਅਗਾਰੀ। ਕਹਿੰਦੇ ਮਹਾਰਾਜ ਜੀ ਨੇ, ਗੁਰੂ ਜੀ ਨੇ ਕਿਹਾ ਹੈ ਬਾਲਕ, ਭਾਰੀ ਪਿਆਰ ਕਰਕੇ ਹਮੇਸ਼ਾ ਵਾਹਿਗੁਰੂ ਦੇ ਅੱਗੇ ਰੋਜ਼ ਬੰਦਨਾ ਕਰਿਆ ਕਰ। ਪੂਰਨ ਹੋਵੈ ਔਰ ਕੀ ਆਸਾ, ਪ੍ਰਾਪਤ ਭਲੋ ਗਿਆਨ ਸੁਖ ਰਸਾ। ਮਹਾਰਾਜ ਜੀ ਕਹਿੰਦੇ ਰੋਜ਼ ਰੱਬ ਨੂੰ ਯਾਦ ਕਰਿਆ ਕਰ, ਕਰਤਾਰ ਨੂੰ ਯਾਦ ਕਰਿਆ ਕਰ, ਵਾਹਿਗੁਰੂ ਨੂੰ ਯਾਦ ਕਰਿਆ ਕਰ। ਤੁਹਾਡੇ ਮਨ ਦੇ ਵਿੱਚ ਗਿਆਨ ਪੈਦਾ ਹੋਏਗਾ, ਨਾਲੇ ਪ੍ਰੇਮ ਪੈਦਾ ਹੋਏਗਾ। ਸੁਣ ਕੇ ਦਇਆ ਕਰ ਜੋਰਨ ਕੀਨੇ, ਬੰਦੇ ਪੰਕਜ ਪਾਏ ਪ੍ਰਪੀਨੇ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਦੋਵੇਂ ਹੱਥ ਜੋੜੇ, ਤੇ ਗੁਰੂ ਨਾਨਕ, ਉਹ ਬਾਲਕ ਨੇ ਅਜੇ, ਗੁਰੂ ਨਾਨਕ ਸਾਹਿਬ ਜੀ ਦੇ ਪੈਰੀ ਮੱਥਾ ਟੇਕਿਆ ਹੈ। ਭਇਓ ਗਿਆਨ ਤੇ ਛਿਨ ਸੁਖ ਰਾਸੀ, ਸਗਰੀ ਉਰਤੇ ਦ્વੈਤ ਬਿਨਾਸੀ। ਜਿਵੇਂ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਉਹ ਬੂੜੇ ਨੂੰ, ਜਿਹੜੇ ਬਾਬਾ ਬੁੱਢਾ ਜੀ ਨੇ, ਅੱਜ ਉਹਨਾਂ ਨੂੰ ਗਿਆਨ ਹੋ ਗਿਆ ਹੈ। ਕਿਰਪਾ ਨਿਤਾਨ ਬਹੁਰ ਬਚ ਕਹੇ, ਸਵਾ ਜਾਮ ਜਾਮਨ ਜਬ ਰਹੇ। ਮਹਾਰਾਜ ਜੀ ਕਹਿਣ ਲੱਗੇ ਭਾਈ ਬੂੜਾ ਇਹ ਗੱਲ ਯਾਦ ਰੱਖੀ, ਜਦੋਂ ਸਵਾ ਪੈਰ ਰਾਤ ਰਹਿ ਜਾਏ, ਭਾਵ 2-2:30 ਵਜੇ, ਜਦੋਂ ਸਵਾ ਪੈਰ ਰਾਤ ਰਹਿ ਜਾਏ, ਉੱਠ ਕੇ ਇਸ਼ਨਾਨ ਕਰਨਾ ਹੈ। ਨਿਤ ਉੱਠ ਤਬ ਹੀ ਕਰੋ ਇਸ਼ਨਾਨਾ, ਸਿਮਰੋ ਨਾਮ ਮਾਨ ਮਨ ਭਾਨਾ। ਉਸ ਟਾਈਮ ਉੱਠ ਕੇ ਇਸ਼ਨਾਨ ਕਰਨਾ ਹੈ, ਤੇ ਇਸ਼ਨਾਨ ਕਰਕੇ ਆਪਣੇ ਮਨ ਦਾ ਸਾਰਾ ਮਾਣ ਤਿਆਗ ਦੇਣਾ ਹੈ। ਹਾਥ ਜੋਰ ਸਿਸ ਬਚਨ ਬਖਾਨਾ, ਅਬ ਲਉ ਰਾਖਿਓ ਉਚਿਤ ਇਸ਼ਨਾਨਾ। ਕਹਿੰਦੇ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਕਿ ਹਜੇ ਵੀ ਇਸ਼ਨਾਨ ਦੀ ਮੈਨੂੰ ਜ਼ਰੂਰਤ ਰਹਿ ਗਈ ਹੈ। ਮੈਂ ਮਨ ਨਾਸ ਕਰੀ ਇੱਕ ਬਾਰਾ, ਰਾਵਰ ਦਰਸ਼ਨ ਪਰ ਬਲਿਹਾਰਾ। ਮਹਾਰਾਜ ਤੁਸੀਂ ਦੇ ਮੇਰੇ ਅੰਦਰ ਦੀ ਸਾਰੀ ਮਾਲੀ, ਜਿੰਨੀ ਮੈਲ ਸੀ ਮੇਰੇ ਅੰਦਰ, ਉਹ ਤੇ ਸਾਰੀ ਚਲੀ ਗਈ ਹੈ, ਤੁਸੀਂ ਦੂਰ ਕਰ ਦਿੱਤੀ ਹੈ, ਕਿ ਹਜੇ ਵੀ ਮੈਨੂੰ ਇਸ਼ਨਾਨ ਦੀ ਜ਼ਰੂਰਤ ਰਹਿ ਗਈ ਹੈ। ਬਹੁਰ ਨ ਕਬ ਲਾਗੇ ਮਨ ਲੇਸਾ, ਜਨਮ ਮਰਨ ਕੇ ਮਿਟੇ ਕਲੇਸਾ। ਮਹਾਰਾਜ ਜੀ ਹੁਣ ਦੁਬਾਰਾ ਕਦੇ ਮੇਰੇ ਮੈਲ ਨਹੀਂ ਲੱਗੇਗੀ, ਮੈਨੂੰ ਪਤਾ ਹੈ ਮੇਰੇ ਜਨਮ ਮਰਨ ਦੇ ਕਲੇਸ਼ ਦੂਰ ਹੋ ਗਏ ਹਨ। ਪਾਇਓ ਨਿਰਮਲ ਸਹਿਜ ਸਰੂਪ, ਜਿਹ ਜਾਣਤ ਭਾ ਆਨੰਦ ਅਨੂਪ। ਮਹਾਰਾਜ ਜੀ ਮੈਂ ਸਹਿਜ ਸਰੂਪ ਨੂੰ ਪ੍ਰਾਪਤ ਕਰ ਲਿਆ,
ਹੁਣ ਮੇਰਾ ਮਨ ਸਹਿਜ ਅਵਸਥਾ 'ਚ ਲੱਗਿਆ ਰਹਿੰਦਾ ਹੈ। ਗੁਰੂ ਭੰਨਿਓ ਤੋਹਿ ਮਨੁਜ ਅਨੇਕਾ, ਮਿਲ ਹੈ ਪਾਵਨ ਹੇਤ ਵਿਵੇਕਾ। ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ, ਭਾਈ ਬੁੱਢਾ, ਅੱਗੇ ਬੜੇ ਤੈਨੂੰ ਐਸੇ ਮਨੁੱਖ ਮਿਲਣਗੇ ਜਿਹੜੇ ਆ ਕੇ ਤੁਹਾਡੇ ਦਰਸ਼ਨ ਕਰਿਆ ਕਰਨਗੇ ਤੇ ਤੁਹਾਡੇ ਤੋਂ ਗਿਆਨ ਪ੍ਰਾਪਤ ਕਰਿਆ ਕਰਨਗੇ। ਤੁਝ ਕੋ ਦੇਖ ਅਚਾਰ ਕਰੰਤਾ, ਤਿਨ ਰੁਚ ਜਾਗੇ ਹੋਵੇ ਸੰਤਾ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਕੰਮ ਤੁਸੀਂ ਕਰਿਆ ਕਰੋਗੇ ਤੁਹਾਡੇ ਵੱਲ ਵੇਖ ਕੇ ਉਹ ਵੀ ਉਹੋ ਜਿਹੇ ਕਰਨਗੇ। ਇਸ ਕਰਕੇ ਭਾਵੇਂ ਹੁਣ ਇਸ਼ਨਾਨ ਦੀ ਜ਼ਰੂਰਤ ਨਹੀਂ ਰਹੀ, ਹੁਣ ਮਨ ਜਦੋਂ ਜੁੜ ਗਿਆ ਸਰੀਰ ਤੋਂ ਅਲੱਗ ਹੀ ਹੋ ਗਿਆ, ਆਤਮ ਦੇ ਵਿੱਚ ਜੁੜ ਗਿਆ ਨਿਜ ਸਰੂਪ। ਨਿਜ ਸਰੂਪ ਨੂੰ ਤੁਸੀਂ ਜਾਣ ਲਿਆ, ਭਾਵੇਂ ਹੁਣ ਇਸ਼ਨਾਨ ਦੀ ਜ਼ਰੂਰਤ ਨਹੀਂ ਰਹੀ, ਪਰ ਤੁਹਾਨੂੰ ਦੁਨੀਆ ਕਰਕੇ ਇਹ ਆਚਾਰ ਕਰਨਾ ਪਏਗਾ। ਤੁਹਾਨੂੰ ਵੇਖ ਵੇਖ ਕੇ, ਤੁਹਾਨੂੰ ਨਾਮ ਜਪਦਿਆਂ ਨੂੰ ਵੇਖ ਵੇਖ ਕੇ ਬੜੇ ਲੋਕ ਇਹ ਦੁਨੀਆ ਦੇ ਭਵ ਸਾਗਰ ਤੋਂ ਪਾਰ ਜਾਇਆ ਕਰਨਗੇ। ਇਸ ਬਿਦ ਹੋਏ ਫਿਰ ਤਾਰਤ ਸੋਊ, ਬੈਠ ਰਹਿਓ ਘਰ ਗਇਓ ਨਾ ਸੋਊ। ਐਵੇਂ ਕਰਕੇ ਫਿਰ ਭਾਈ ਬੁੱਢਾ ਕਿਰਤਾਰਥ ਹੋਇਆ, ਬਾਬਾ ਬੁੱਢਾ ਜੀ ਬਣੇ ਤੇ ਦੁਬਾਰਾ ਫਿਰ ਆਪਣੇ ਘਰ ਨਹੀਂ ਗਏ। ਖੋਜਤ ਮਾਤ ਪਿਤਾ ਤਿਸ ਕੇਰੇ, ਚੱਲ ਆਏ ਸ੍ਰੀ ਨਾਨਕ ਡੇਰੇ। ਬੁੱਢੇ ਦੇ ਬਾਲਕ ਹੈ ਅਜੇ, ਮਾਤਾ ਪਿਤਾ ਸਵੇਰੇ ਉੱਠੇ ਤੇ ਲੱਭਦੇ ਨੇ ਬੱਚਾ ਕਿੱਥੇ ਗਿਆ। ਲੱਭਦੇ ਲੱਭਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਰਹਿੰਦੇ ਨੇ ਉੱਥੇ ਪਹੁੰਚ ਗਏ ਹਨ। ਦੇਖਿਓ ਨਿਜ ਬਾਲਿਕ ਕੋ ਜਬ ਹੀ, ਗੁਰੂ ਬੈਨਨ ਤੇ ਭਾ ਬ੍ਰਿਤ ਤਬ ਹੀ। ਕਹਿੰਦੇ ਜਦੋਂ ਆਪਣੇ ਬਾਲਕ ਨੂੰ ਵੇਖਿਆ ਜਿਹੜਾ ਗੁਰੂ ਦੇ ਬਚਨਾਂ ਕਰਕੇ ਹੁਣ ਬੁੱਢਾ ਹੋ ਗਿਆ ਹੈ। ਇਸ ਪ੍ਰਕਾਰ ਸੋ ਦੇਖ ਸਿਧਾਰੇ, ਰਹਿਓ ਸੋ ਬੁੱਢਾ ਸ੍ਰੀ ਪ੍ਰਭ ਦੁਆਰੇ। ਜਦੋਂ ਉਹਨਾਂ ਵੇਖਿਆ ਇਹਨੂੰ ਤੇ ਗਿਆਨ ਬੜਾ ਹੋ ਗਿਆ ਮਾਤਾ ਪਿਤਾ, ਫਿਰ ਬਾਬਾ ਬੁੱਢਾ ਜੀ ਮਹਾਰਾਜ ਦੇ ਦੁਆਰੇ ਹੀ ਰਹੇ, ਫਿਰ ਘਰ ਨਹੀਂ ਗਏ। ਪਦ ਪੰਕਜ ਸੇਵਹਿ ਧਰ ਭਾਊ, ਵਿਖੇ ਬਾਸਨਾ ਫੁਰਤ ਨ ਕਾਊ। ਹਮੇਸ਼ਾ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੀ ਰੱਖਦੇ ਨੇ, ਕੰਮਕਾਰ ਕਰਦੇ ਨੇ, ਸੇਵਾ ਕਰਦੇ ਨੇ। ਸੇਵਾ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਸਤਨਾਮ ਜਪਦੇ ਰਹਿੰਦੇ ਹਨ। ਮਨ ਤਤ ਕਰ ਸਤ ਸੰਗ ਸਮਾਵਾ, ਪੁੰਨ ਜਬ ਕੇਤਕ ਸਮਾ ਬਿਤਾਵਾ। ਕਹਿੰਦੇ ਜਦੋਂ ਮਨ ਸਥਿਤ ਕਰਕੇ ਸਤ ਸੰਗਤ ਵਿੱਚ ਜਾਂਦਾ ਸੀ, ਫਿਰ ਮਨ ਉਹਨਾਂ ਦਾ ਫਿਰ ਕਿਤੇ ਨਹੀਂ ਸੀ ਡੋਲਦਾ। ਸੁਣੀਏ ਸ੍ਰੀ ਅੰਗਤ ਇਤਿਹਾਸਾ, ਮੈਂ ਇੱਕ ਦਿਵਸ ਸੁਲਖਣੀ ਪਾਸਾ। ਕਹਿੰਦੇ ਭਾਈ ਬਾਬਾ ਇੱਥੇ ਭਾਈ ਬਾਲਾ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਇਤਿਹਾਸ ਸੁਣੋ। ਇੱਕ ਦਿਨ ਮੈਂ ਮਾਤਾ ਸੁਲਖਣੀ ਜੀ ਦੇ ਕੋਲ ਬੈਠਾ ਹੋਇਆ ਸੀ। ਸਹਿਜ ਸੁਭਾਏ ਸੋ ਬੈਠਿਓ ਜਾਈ, ਇਸ ਬਿਦ ਮੁਝ ਕੋ ਗਿਰਾ ਇਲਾਈ। ਕਹਿੰਦੇ ਸਹਿਜ ਸੁਭਾਏ ਬਾਬਾ ਬੁੱਢਾ ਜੀ ਉੱਥੇ ਆ ਕੇ ਬੈਠ ਗਏ, ਭਾਈ ਬੁੱਢਾ ਜੀ, ਤੇ ਆ ਕੇ ਕਹਿੰਦਾ ਹੇ ਭਾਈ ਬਾਲਾ ਜੀ ਮੇਰੀ ਇੱਕ ਗੱਲ ਸ਼ਰਵਣ ਕਰੋ। ਟਿਕਨ ਦੇਹੋ ਅਬ ਤਪੇ ਕੋ, ਵਿਚਰਨ ਕੀਨ ਵਿਸਾਲ। ਕਹਿੰਦੇ ਇਸ ਕਰਕੇ ਕਹਿੰਦੇ ਨੇ ਹੱਥ ਜੋੜ ਕੇ, ਇਹ ਭਾਈ ਬਾਲਾ ਜੀ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਕਿਤੇ ਨਾ ਲੈ ਜਾਣ ਦਿਓ। ਹੁਣ ਇਹਨਾਂ ਨੂੰ ਕਹੋ ਤੁਸੀਂ ਕਰਤਾਰਪੁਰ ਹੀ ਰਹੋ, ਬੜੀ ਦੁਨੀਆ ਦੇ ਵਿੱਚ ਤੁਸੀਂ ਦੁਨੀਆ ਨੂੰ ਉਧਾਰ ਕਰ ਦਿੱਤਾ ਹੈ। ਦੇਸ਼ ਵਿਦੇਸ਼ਨ ਕੇ ਵਿਖੇ ਰਹਿਓ ਸੰਗ ਚਿਰਕਾਲ। ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਈ ਬਾਲਾ ਜੀ ਤੁਸੀਂ ਗੁਰੂ ਜੀ ਦੇ ਨਾਲ ਬੜੇ ਵਿਚਰਦੇ ਰਹੇ ਹੋ। ਲੈ ਤੁਝ ਕੋ ਨਿਜ ਸੰਗ ਸਿਧਾਰੈ, ਬਾਹਰ ਕਾਲ ਵਿਸਾਲ ਗੁਜ਼ਾਰੈ। ਮਹਾਰਾਜ ਜੀ ਤੁਹਾਨੂੰ ਨਾਲ ਲੈਂਦੇ ਨੇ ਤੇ ਲੈ ਕੇ ਬੜਾ ਲੰਮਾ ਸਮਾਂ ਹੀ ਬਾਹਰ ਉਦਾਸੀਆਂ ਤੇ ਗੁਜ਼ਾਰ ਦਿੰਦੇ ਹਨ। ਹਮਰੇ ਪਾਸ ਰਹਿਣ ਦਿਓ ਅਬਹੀ, ਤੁਝ ਬਿਨ ਜਾਏ ਵਹੀਰ ਨਹਿ ਕਬਹੀ। ਬਾਬਾ ਬੁੱਢਾ ਜੀ ਕਹਿੰਦੇ ਨੇ ਇਸ ਕਰਕੇ ਹੁਣ ਗੁਰੂ ਜੀ ਨੂੰ ਸਾਡੇ ਕੋਲ ਹੀ ਰਹਿਣ ਦਿਓ ਤੇ ਇਹ ਕਿਰਪਾ ਕਰੋ ਇਹ ਹੁਣ ਕਿਤੇ ਨਾ ਜਾਣ। ਮੈਂ ਸੁਣ ਕੇ ਮਨ ਮਹਿ ਵਿਚਾਰਾ, ਨਿਜ ਹਿਤ ਇਨ ਬਚ ਸਾਚ ਉਚਾਰਾ। ਕਹਿੰਦੇ ਉਹ ਕਹਿੰਦੇ ਨੇ ਭਾਈ ਬਾਲਾ ਜੀ ਕਹਿੰਦੇ ਮੈਂ ਉਹਨਾਂ ਦਾ ਬਚਨ ਸੁਣ ਕੇ ਸੋਚਿਆ ਵੀ ਇਹ ਆਪਣੇ ਪ੍ਰੇਮ ਦੇ ਵਿੱਚ, ਗੁਰੂ ਦੇ ਪ੍ਰੇਮ ਦੇ ਵਿੱਚ ਐਸੇ ਬਚਨ ਕਹਿ ਰਹੇ ਹਨ। ਚਿਰੰਕਾਲ ਲਗ ਕੀਨ ਉਦਾਸੀ, ਅਬ ਏਉ ਉਚਿਤ ਰਹੇ ਇਨ ਪਾਸੀ। ਕਹਿੰਦੇ ਹੁਣ ਇਹ ਉਚਿਤ ਇਹੀ ਹੋਏਗਾ, ਚੰਗਾ ਇਹੀ ਹੋਏਗਾ ਗੁਰੂ ਸਾਹਿਬ ਜੀ ਇੱਥੇ ਹੀ ਰਹਿਣ। ਮਨ ਬਚਨ ਮੈਂ ਪ੍ਰਭ ਡਿਗ ਆਵਾ, ਹਾਥ ਜੋੜ ਕੇ ਤਬੇ ਅਲਾਵਾ। ਕਹਿੰਦੇ ਭਾਈ ਬੁੱਢੇ ਦੇ ਬਚਨ ਮੰਨ ਕੇ
ਮੈਂ ਗੁਰੂ ਜੀ ਦੇ ਪਾਸ ਆਇਆ ਤੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਹੈ, ਕਿਸੇ ਵਸਾਵਹੁ ਨਿਜ ਪਛਾਤੀ ਗੁਰਤਾ ਦੇਹੋ ਕਰੋ ਬਖਿਆਤੀ। ਕਹਿੰਦੇ ਮੈਂ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਜੀ ਮੈਨੂੰ ਇਹ ਦੱਸੋ, ਆਪਣੇ ਜਾਣ ਤੋਂ ਬਾਅਦ ਤੁਸੀਂ ਗੁਰਤਾ ਗੱਦੀ, ਇਹ ਜਿਹੜੀ ਗੱਦੀ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਪੁੱਛਦੇ ਨੇ, ਆਪਣੇ ਤੋਂ ਬਾਅਦ ਇਹ ਗੁਰਤਾ ਗੱਦੀ ਤੁਸੀਂ ਕਿਹਨੂੰ ਦਿਓਗੇ? ਸ਼੍ਰੀ ਚੰਦ ਕੈ ਲਖਮੀ ਦਾਸ ਕਿਤੋ ਅਪਰ ਕੋ ਹੈ ਸੁਖ ਰਾਸ। ਕਹਿੰਦੇ ਮਹਾਰਾਜ ਜੀ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਨੂੰ ਦਿਓਗੇ ਜਾਂ ਬਾਬਾ ਲਖਮੀ ਚੰਦ ਜੀ ਨੂੰ ਦਿਓਗੇ ਜਾਂ ਕੋਈ ਹੋਰ ਹੈ ਬਾਹਰ ਦਾ ਜਿਸ ਨੂੰ ਆਪ ਜੀ ਆਪਣੀ ਥਾਂ ਤੇ ਗੁਰਤਾ ਗੱਦੀ ਦੇਵੋਗੇ? ਸ਼੍ਰੀ ਮੁਖ ਤੇ ਮੁਝ ਦੇਹੋ ਬਤਾਈ ਜੋ ਪਾਵ ਹੈ ਸਭ ਜਗ ਪੁਰਿਆਈ। ਇਸ ਕਰਕੇ ਗੁਰੂ ਜੀ ਆਪਣੇ ਮਿੱਠੇ ਬਚਨਾਂ ਦੇ ਰਾਹੀਂ ਮੈਨੂੰ ਦੱਸ ਦੇਵੋ, ਇਹ ਗੁਰਤਾ ਗੱਦੀ ਤੁਸੀਂ ਕਿਸ ਨੂੰ ਦੇਵੋਗੇ? ਕਹਿਤ ਭਏ ਹਮਰੇ ਪਛਾਤੀ ਤ੍ਰਹਿਨ ਗੋਤ ਛਤਰੀ ਜਿਹ ਜਾਤੀ। ਮਹਾਰਾਜ ਜੀ ਕਹਿੰਦੇ ਭਾਈ ਮੇਰੀ ਗੱਲ ਸੁਣੋ, ਮੇਰੇ ਤੋਂ ਬਾਅਦ 63 ਗੋਤ ਦਾ ਇੱਕ ਛਤਰੀ ਹੋਏਗਾ ਜਿਹੜਾ ਇਸ ਕੁੱਲ ਦੇ ਉਹ ਖੱਤਰੀ ਹੋਣਗੇ ਤੇ ਉਹ ਇਸ ਗੱਦੀ ਤੇ ਬੈਠਣਗੇ। ਪ੍ਰਥਮੇ ਲੈਣਾ ਤਾਂਕੋ ਨਾਮ ਪੁਨ ਅੰਗਦ ਹੋਵੇ ਹੈ ਅਬਰਾਮ। ਕਹਿੰਦੇ ਪਹਿਲਾਂ ਉਹਨਾਂ ਦਾ ਨਾਮ ਲੈਣਾ ਹੋਏਗਾ ਤੇ ਉਸ ਤੋਂ ਬਾਅਦ ਨਾਮ ਉਹਨਾਂ ਦਾ ਅੰਗਦ ਹੋਏਗਾ, ਸੁੰਦਰ ਨਾਮ। ਇੱਥੋਂ ਤਾਈਂ ਦੀ ਕਥਾ ਅੱਜ ਆਪਾਂ ਸ਼ਰਵਣ ਕੀਤੀ ਹੈ। ਕੱਲ ਤੋਂ ਫਿਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਥਾ ਚੱਲੇਗੀ। ਭਾਈ ਬਾਲਾ ਜੀ ਨੇ ਕੱਲ ਨੂੰ ਪਰਲੋਕ ਗਮਨ ਕਰ ਜਾਣਾ ਹੈ। ਕੱਲ ਤੋਂ ਬਾਅਦ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੜੀ ਸੁੰਦਰ ਕਥਾ, ਕਿਵੇਂ ਕੱਲ ਨੂੰ ਫਿਰ ਮੇਲ ਹੋਏਗਾ ਗੁਰੂ ਨਾਨਕ ਸਾਹਿਬ ਜੀ ਦਾ ਤੇ ਭਾਈ ਲਹਿਣੇ ਜੀ ਦਾ, ਕਿਵੇਂ ਉਹ ਦੇਵਤਿਆਂ ਦੇ ਪਾਸੋਂ ਦੇਵੀਆਂ ਤੇ ਜਾਂਦੇ ਸੀ, ਕਿਵੇਂ ਹਟੇ, ਕਿਵੇਂ ਉਹਨਾਂ ਸੇਵਾ ਕੀਤੀ, ਕਿੰਨੀ ਕੁ ਉਹਨਾਂ ਘਾਲਣਾ ਘਾਲੀ, ਨਿੱਤ ਦੀ ਉਹਨਾਂ ਦੀ ਕਿਰਿਆ ਕੀ ਸੀ। ਇਹ ਕੱਲ ਦੇ ਦੀਵਾਨਾ। ਹੁਣ ਅਗਲੀ ਕਥਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ